ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੋਂਡ ਬਾਣੀ ਭਗਤਾ ਕੀ। ਕਬੀਰ ਜੀ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦਿ। ਸੰਤ ਮਿਲੈ ਕਿਸ ਸੁਣੀਐ ਕਹੀਐ। ਮਿਲਾਇਆ ਸੰਤ ਮਸਤ ਕਰ ਰਹੀਐ। ਸੰਤ ਮਿਲੈ ਕੈਸਾ ਸੁਣੀਐ ਕਹੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੋਂਡ ਬਾਣੀ ਭਗਤਾ ਕੀ। ਰਾਗ ਗਾਉਣ ਦੇ ਅੰਦਰ ਸਤਿਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾ ਰਹੇ ਹਨ। ਕਬੀਰ ਜੀ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਨੇ। ਘਰ ਪਹਿਲਾ ਪਹਿਲੇ ਸੁਰ ਤਾਲ ਅੰਦਰ ਉਚਾਰਨ ਕੀਤੀ ਹੋਈ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਲਿਖਵਾ ਰਹੇ ਹਨ। ਏਕ ਓੰਕਾਰ ਵਸਤੂ ਨਿਰਦੇਸ਼ ਮੰਗਲ ਕਰਦਿਆਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਨੇ। ਇੱਕ ਅਦੁੱਤੀ ਜੋ ਪਰਮੇਸ਼ਰ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਿਲ ਸੰਤ ਮਿਲੈ ਕਿਸ ਸੁਣੀਐ ਕਹੀਐ। ਭਗਤ ਕਬੀਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਅਧਿਕਾਰੀ ਸੱਜਣ ਵੀ ਆਉਂਦੇ ਸਨ ਅਤੇ ਚੁੰਝ ਗਿਆਨੀ ਵੀ ਬਹੁਤ ਆਉਂਦੇ ਸਨ। ਇਸੇ ਤਰ੍ਹਾਂ ਕੋਈ ਚੁੰਝ ਗਿਆਨੀ ਭਗਤ ਕਬੀਰ ਸਾਹਿਬ ਜੀ ਨੂੰ ਆ ਕੇ ਪ੍ਰਸ਼ਨ ਉੱਤਰ ਕਰਨ ਲੱਗੇ। ਭਗਤ ਕਬੀਰ ਸਾਹਿਬ ਜੀ ਉਹਨਾਂ ਨਾਲ ਕੁਝ ਵੀ ਨਾ ਬੋਲੇ। ਜਦ ਭਗਤ ਜੀ ਨਾ ਬੋਲੇ ਤਾਂ ਭਗਤ ਕਬੀਰ ਜੀ ਨੂੰ ਉਹਨਾਂ ਦੇ ਕੋਈ ਸੇਵਕ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ ਕੀ ਤੁਸੀਂ ਇਹਨਾਂ ਕੋਲੋਂ ਹਾਰ ਗਏ ਹੋ? ਤੁਸੀਂ ਤਾਂ ਬੜੇ ਬੜੇ ਵਿਦਵਾਨ ਲੋਕਾਂ ਨੂੰ ਜਿੱਤ ਲੈਂਦੇ ਹੋ। ਅੱਜ ਤੁਹਾਨੂੰ ਕੀ ਹੋ ਗਿਆ ਹੈ? ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਕਿ ਹੇ ਭਾਈ ਸੰਤ ਮਿਲੈ ਜੇਕਰ ਸਾਸ ਗਰਾਸ ਨਾਮ ਜਪਣ ਵਾਲੇ ਮਹਾਤਮਾ ਜਨ ਸ਼ਾਂਤ ਆਤਮਾ ਵਾਲੇ ਪੁਰਖ ਦਾ ਸੰਗ ਪ੍ਰਾਪਤ ਹੋ ਜਾਵੇ ਤਾਂ ਕਿਛ ਸੁਣੀਐ ਕਹੀਐ। ਕੁਝ ਬਚਨ ਸਰੋਤੇ ਬਣ ਕੇ ਸੁਣੀਏ ਵੀ
ਜੇਕਰ ਕੋਈ ਕੇਵਲ ਸੁਣਨੇ ਯੋਗੀ ਹੋਵੇ ਤਾਂ ਉਹਨੂੰ ਸਰਦਾ ਤੇ ਵਿਸ਼ਵਾਸ ਵਾਲਾ ਸਮਝ ਕੇ ਪ੍ਰਤੱਖ ਸੋ ਕੰਨਾਂ ਦੇ ਨਾਲ ਸੁਣਨਾ ਕਰੀਏ ਤੇ ਫਿਰ ਪ੍ਰੀਤੀ ਰੂਪੀ ਰਸਨਾ ਨਾਲ ਕੁਝ ਪਰਮਾਰਥ ਦੇ ਬਚਨ ਵੀ ਦੱਸਣਾ ਕਰੀਏ। ਮਤਲਬ ਕੋਈ ਨਾ ਕੋਈ ਸਵਾਲ ਕਰਦੇ ਰਹੀਏ ਤਾਂ ਕਿ ਉਹ ਸਾਨੂੰ ਉਪਦੇਸ਼ ਦਿੰਦੇ ਰਹਿਣ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਇਹੋ ਜਿਹੇ ਸੰਤ ਮਹਾਤਮਾ ਜਨ ਜੇ ਕੋਈ ਮਿਲ ਜਾਵੇ ਤਾਂ ਕਿਛ ਸੁਣੀਐ ਕਹੀਐ। ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਸੰਤ ਮਿਲੈ ਕਿਸ ਸੁਣੀਐ ਕਹੀਐ। ਉਹਨਾਂ ਕੋਲੋਂ ਜੀਵ ਈਸ਼ ਦੇ ਗਿਆਨ ਦੀ ਪ੍ਰਾਪਤੀ ਬਾਬਤ ਪ੍ਰਸ਼ਨ ਕਰਕੇ ਉੱਤਰ ਸਰਵਣ ਕਰੀਏ। ਤੇ ਜੇ ਕੋਈ ਕੇਵਲ ਸੁਣਨ ਵਾਲਾ ਹੋਵੇ ਤਾਂ ਉਸ ਨੂੰ ਪਰਮਾਰਥ ਪ੍ਰਾਪਤੀ ਦੇ ਬਚਨ ਦੱਸਣਾ ਕਰੀਏ, ਪ੍ਰਸ਼ਨ ਕਹੀਏ ਅਤੇ ਉੱਤਰ ਸੁਣੀਏ। ਮਿਲੈ ਸੰਤ ਮਸਟ ਕਰ ਰਹੀਐ। ਜੇਕਰ ਕੋਈ ਸ਼ਾਂਤ ਆਤਮਾ ਤੋਂ ਰਹਿਤ, ਸੰਤ ਪੁਣੇ ਤੋਂ ਰਹਿਤ ਜਾਂ ਸਾਖਤ ਪੁਰਖ ਦਾ ਸੰਗ ਪ੍ਰਾਪਤ ਹੋ ਜਾਏ ਤਾਂ ਚੁੱਪ ਕਰਕੇ ਰਹਿਣਾ ਕਰੀਏ। ਜਿਵੇਂ ਕੁਛ ਆਉਂਦਾ ਹੀ ਨਾ ਹੋਵੇ, ਇੰਜ ਮੂਰਖ ਜੇ ਬਣ ਜਾਈਏ ਕਿ ਸਾਨੂੰ ਤਾਂ ਕੁਝ ਵੀ ਨਹੀਂ ਆਉਂਦਾ ਹੈ। ਫਿਰ ਅਧਿਕਾਰੀ ਜਗਿਆਸੂਆਂ ਨੇ ਜੋ ਭਗਤ ਕਬੀਰ ਜੀ ਨੂੰ ਪੁੱਛਿਆ, ਉਹ ਭਗਤ ਕਬੀਰ ਜੀ ਪਹਿਲਾਂ ਕਥਨ ਕਰਕੇ ਫਿਰ ਉੱਤਰ ਦੇਣਗੇ। ਬਾਬਾ ਇਹ ਬਜ਼ੁਰਗ ਕਬੀਰ ਸਾਹਿਬ ਜੀ ਜਾਂ ਹੀ ਭਾਈ, ਬੋਲਣਾ ਕਿਆ ਕਹੀਐ। ਕਿਹੋ ਜਿਹਾ ਵਾਕ ਕਥਨ ਕਰੀਏ। ਜਾਂ ਹੀ ਕਬੀਰ ਜੀ, ਜੇਕਰ ਪਾਂਬਰ ਵਿਸ਼ਈ ਪੁਰਖਾਂ ਤੋਂ ਵੱਡੇ ਜਗਿਆਸੂ ਜਨ ਮਿਲ ਜਾਣ ਤਾਂ ਉਹਨਾਂ ਨੂੰ ਕਿਹੋ ਜਿਹੇ ਬਚਨ ਕਹਿਣਾ ਕਰੀਏ। ਜੈਸੇ RAM ਨਾਮ ਰਵ ਰਹੀਐ। ਜਿਸ ਤਰ੍ਹਾਂ ਕਰਕੇ ਰਾਮ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਰਹਿਣਾ ਕਰੀਏ, ਇਸੇ ਪ੍ਰਕਾਰ ਜੈਸੇ RAM ਨਾਮ ਰਵ ਰਹੀਐ। ਜਿਸ ਪ੍ਰਕਾਰ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਰਚੇ ਮਿਲੇ ਰਹੀਏ, ਐਸੇ ਬਚਨ ਬੋਲਣਾ ਅਤੇ ਸੁਣਨਾ ਕਰੀਏ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਸੰਤਨ ਸੋ ਬੋਲੇ ਉਪਕਾਰੀ। ਮਹਾਤਮਾ ਜਨਾਂ ਦੇ ਨਾਲ ਬੋਲੇ ਬਚਨ ਬਿਲਾਸ ਕੀਤਿਆਂ ਉਪਕਾਰ ਹੁੰਦਾ ਹੈ। ਭਾਵ ਜੀਵ ਦੇ ਸਰੂਪ ਦਾ ਨਿਰਣਾ ਅਤੇ ਮਨ ਦਾ ਟਿਕਾਅ ਹੁੰਦਾ ਹੈ। ਇਸੇ ਪ੍ਰਕਾਰ ਸੰਤਨ ਸੋ ਬੋਲੇ ਉਪਕਾਰੀ। ਜੋ ਸੰਤ ਜਨਾਂ ਦਾ ਬੋਲਣਾ ਹੁੰਦਾ ਹੈ ਉਹ ਜੀਵ ਦੀ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੁੰਦਾ ਹੈ। ਇਸੇ ਪ੍ਰਕਾਰ ਸੰਤਨ ਸੋ ਬੋਲੇ ਉਪਕਾਰੀ। ਮਹਾਤਮਾ ਜਨਾਂ ਨਾਲ ਬਚਨ ਬਿਲਾਸ ਕੀਤੇ ਲੋਕ ਤੇ ਪਰਲੋਕ ਦੇ ਵਿੱਚ ਸਹਾਇਕ ਹੁੰਦੇ ਹਨ। ਮੂਰਖ ਸੋ ਬੋਲੇ ਝਖ ਮਾਰੀ। ਜੇਕਰ ਬੇਸਮਝ ਪੁਰਖ ਦੇ ਨਾਲ ਬੋਲਣਾ ਕਰੇ ਤਾਂ ਉਹਨੇ ਝੱਕਾ ਹੀ ਮਾਰਨੀਆਂ ਨੇ। ਭਾਵ ਵਿਅਰਥੀ ਬੋਲਦਾ ਰਹਿੰਦਾ ਹੈ। ਬੋਲਤ ਬੋਲਤ ਬੜਹਿ ਬਿਕਾਰਾ। ਬੇਸਮਝ ਪੁਰਖਾਂ ਦੇ ਨਾਲ ਬੋਲਦਿਆਂ ਵਿਕਾਰਾਂ, ਕਾਮ ਕ੍ਰੋਧ ਆਦਿਕ ਵਿਕਾਰ ਔਗਣ ਹੀ ਵਾਧੇ ਹਨ। ਬਿਨ ਬੋਲੇ ਕਿਆ ਕਰਹਿ ਵਿਚਾਰਾ। ਜੇਕਰ ਬੋਲਣ ਤੋਂ ਬਿਨਾ ਹੋ ਜਾਏ, ਭਾਵ ਬੇਸਮਝ ਪੁਰਖ ਨਾਲ ਕੋਈ ਬਚਨ ਬਿਲਾਸ ਨਾ ਕਰੇ ਤਾਂ ਬੇਸਮਝ ਪੁਰਖ ਵਿਚਾਰਾ ਕੀ ਕਰ ਸਕਦਾ। ਭਾਵ ਕੁਝ ਵੀ ਵਿਗਾੜ ਨਹੀਂ ਸਕਦਾ ਹੈ। ਪੜ੍ਹ ਦੋ ਕਹੋ ਕਬੀਰ। ਕਹੋ ਕਬੀਰਾ
ਛੂਛਾ ਘਟ ਬੋਲੇ। ਇਹ ਕਬੀਰ ਜੀ, ਤੁਸੀਂ ਤਾਂ ਕਹਿੰਦੇ ਹੋ ਕਿ ਬੋਲਣਾ ਨਹੀਂ ਚਾਹੀਦਾ, ਬਚਨ ਕੀਤੇ ਬਗੈਰ ਵਿਚਾਰ ਕਿਵੇਂ ਕਰਾਂਗੇ? ਇਹ ਸਾਖਤ ਕੌਣ ਹੈ ਤੇ ਸੰਤ ਕੌਣ ਹੈ? ਤਾਂ ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਬਿਨਾਂ ਬੋਲੇ ਤੋਂ ਹੀ ਪਤਾ ਲੱਗ ਜਾਵੇਗਾ ਕਿ ਕੌਣ ਸੰਤ ਹੈ ਤੇ ਕੌਣ ਸਾਖਤ ਹੈ। ਕਿਵੇਂ ਪਤਾ ਲੱਗੇਗਾ? ਕਹੋ ਕਬੀਰ ਛੂਛਾ ਘਟ ਬੋਲੇ। ਕਬੀਰ ਜੀ ਕਹਿੰਦੇ ਨੇ ਕਿ ਇਹ ਭਾਈ ਸੁਣੋ, ਜਿਵੇਂ ਹਵਾ ਵਗਣ ਤੋਂ ਖਾਲੀ ਘੜਾ ਬੋਲਦਾ ਅਤੇ ਡੋਲਦਾ ਹੈ, ਭਰਿਆ ਹੋਏ ਸੋ ਕਬਹੁ ਨ ਡੋਲੇ। ਅਰ ਜੋ ਘੜਾ ਪਾਣੀ ਜਾਂ ਹੋਰ ਪਦਾਰਥਾਂ ਨਾਲ ਭਰਿਆ ਹੁੰਦਾ ਹੈ, ਉਹ ਘੜਾ ਕਦੇ ਵੀ ਬੋਲਦਾ ਅਤੇ ਡੋਲਦਾ ਨਹੀਂ ਹੈ। ਇਸੇ ਪ੍ਰਕਾਰ ਕਹੋ ਕਬੀਰ ਛੂਛਾ ਘਟ ਬੋਲੇ। ਅੰਗਤਾ ਰੂਪ ਹਵਾ ਦੇ ਵਗਣ ਕਰਕੇ ਬੇਸਮਝ ਪੁਰਖ ਦਾ ਅੰਤਹਿਕਰਨ ਰੂਪ ਘੜਾ ਸ਼ਰਧਾ ਤੋਂ ਖਾਲੀ, ਭਾਵ ਹੀਣਾ ਹੋਣ ਕਾਰਨ ਵਿਅਰਥੀ ਬਚਨ ਬੋਲਦਾ ਰਹਿੰਦਾ ਹੈ ਅਤੇ ਪਦਾਰਥਾਂ ਵਾਸਤੇ ਡੋਲਦਾ ਭਟਕਦਾ ਫਿਰਦਾ ਰਹਿੰਦਾ ਹੈ ਅਤੇ ਭਰਿਆ ਹੋਏ ਸੋ ਕਬਹੁ ਨ ਡੋਲੇ। ਜਿਸ ਦਾ ਅੰਤਹਿਕਰਨ ਰੂਪੀ ਘੜਾ ਪ੍ਰੇਮ ਰੂਪ ਪਾਣੀ ਜਾਂ ਸ਼ਰਧਾ ਰੂਪ ਪਾਣੀ ਨਾਲ ਭਰਿਆ ਹੁੰਦਾ, ਉਹ ਵਿਅਰਥ ਬੋਲਦਾ ਤੇ ਪਦਾਰਥਾਂ ਵਾਸਤੇ ਡੋਲਦਾ ਨਹੀਂ ਹੈ। ਇਸੇ ਤਰ੍ਹਾਂ ਜੋ ਹਿਰਦਾ ਜਾਂ ਪੁਰਸ਼ ਧਾਰਨਾ ਦੇ ਸ਼ੁਭ ਗੁਣਾਂ ਤੋਂ ਖਾਲੀ ਹੈ, ਉਹ ਬੋਲਦਾ ਅਤੇ ਡੋਲਦਾ ਹੈ। ਜੋ ਹਿਰਦਾ ਧਾਰਨਾ ਦੇ ਸ਼ੁਭ ਗੁਣਾਂ ਨਾਲ ਭਰਿਆ ਹੋਇਆ, ਉਹ ਨਾ ਬੋਲਦਾ ਤੇ ਨਾ ਹੀ ਡੋਲਦਾ ਹੈ। ਗੋਂਡ ਹੁਣ ਭਗਤ ਕਬੀਰ ਜੀ ਸਰੀਰਾਂ ਤੋਂ ਉਪਰਾਮ ਕਰਨ ਵਾਸਤੇ ਵੈਰਾਗਮਈ ਪ੍ਰਕਰਨ ਦੁਆਰਾ ਗੌਂਡ ਰਾਗ ਦਾ ਇਹ ਦੂਜਾ ਸ਼ਬਦ ਉਚਾਰਨ ਕਰਕੇ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨਰੂ ਮਾਰੈ ਨਰ ਕਾਮ ਨ ਆਵੈ। ਜੇਕਰ ਹੇ ਭਾਈ ਪੁਰਖ ਮਰ ਜਾਵੇ ਤਾਂ ਉਹ ਮਨੁੱਖਾਂ ਦੇ ਵਰਤਨ ਵਾਸਤੇ ਕਿਸੇ ਵੀ ਕੰਮ ਨਹੀਂ ਆਉਂਦਾ, ਭਾਵ ਆਮ ਕਰਕੇ ਮਨੁੱਖਾਂ ਦੇ ਕਾਰ ਵਿਹਾਰ ਵਿੱਚ ਕਿਸੇ ਕੰਮ ਨਹੀਂ ਆਉਂਦਾ। ਕੰਮ ਤਾਂ ਉਹਨੇ ਕੀ ਆਉਣਾ, ਨਿਕੰਮੇ ਨੇ। ਬਾਹਰ ਤਾਂ ਮਰ ਜਾਏ ਤੇ 1.5-2 ਲੱਖ ਰੁਪਈਆ ਲੈ ਜਾਂਦਾ ਸੰਸਕਾਰ ਦਾ ਹੀ। ਇੱਥੇ ਵੀ ਕਿੰਨਾ ਖਰਚਾ ਉਹ ਪੈਦਾ ਕਰ ਜਾਂਦਾ। ਕਿੰਨਿਆਂ ਨੂੰ ਰੋਟੀਆਂ ਖਵਾਓ ਤੇ ਪ੍ਰਸ਼ਾਦ ਖਵਾਓ, ਜਲੇਬੀਆਂ ਖਵਾਓ। ਇਸ ਲਈ ਸਵਾਰਨਾ ਤਾਂ ਕੀ ਹੈ, ਅੱਜ ਕੱਲ੍ਹ ਤਾਂ ਵਿਆਹਾਂ ਤੋਂ ਵੀ ਜ਼ਿਆਦਾ ਲੋਕ ਖਾਣਾ ਪੀਣਾ ਕਰਦੇ ਹਨ। ਇਹ ਨਹੀਂ ਸੋਚਦੇ ਵੀ ਮਰਨ ਵਾਲਾ ਮਰ ਗਿਆ, ਉਹ ਕਿਹੜੇ ਹਾਲ 'ਚ ਮਰਿਆ ਹੋਊਗਾ। ਲੋਕਾਂ ਦੇ ਭਾਣੇ ਵਿਆਹ ਹੀ ਰੱਖਿਆ ਹੋਇਆ ਹੈ, ਸੋ ਖਾਣਾ ਪੀਣਾ ਖੁੱਲ੍ਹਾ ਤੇ ਪਤਾ ਹੀ ਨਹੀਂ ਵੀ ਕੋਈ ਚੜ੍ਹਾਈ ਕਰ ਗਿਆ ਤੋ ਇੰਜ। ਸੋ ਕੰਮ ਕੀ ਆਉਣਾ ਹੈ, ਸਗੋਂ ਨੁਕਸਾਨ ਕਰ ਦਿੰਦਾ ਹੈ। ਇਸੇ ਪ੍ਰਕਾਰ ਨਰੂ ਮਰੈ ਨਰ ਕਾਮ ਨ ਆਵੈ। ਜਦ ਬੰਦੇ ਵਿੱਚੋਂ ਨਰਪੁਣਾ ਮਰ ਜਾਵੇ ਤਦੋਂ ਮਨੁੱਖ ਸਮਾਜ ਦੇ ਕਿਸੇ ਕੰਮ ਨਹੀਂ ਆਉਂਦਾ, ਬਲਕਿ ਬੁਰਾਈਆਂ ਦਾ ਕਾਰਨ ਬਣ ਜਾਂਦਾ ਹੈ। ਰੱਬ ਨੇ ਬਣਾਇਆ ਤਾਂ ਇਨਸਾਨ ਹੈ, ਪਰ ਇਨਸਾਨੀਅਤ ਮਰ ਗਈ। ਇਸ ਲਈ ਕਿਸੇ ਦੇ ਕੰਮ ਦਾ ਕੀ ਆਉਣਾ, ਸਗੋਂ ਲੋਕਾਂ ਨੂੰ ਦੁਖੀ ਕਰਦਾ ਹੈ। ਇਸੇ ਪ੍ਰਕਾਰ ਨਰੂ ਮਰੈ ਨਰ ਕਾਮ ਨ ਆਵੈ। ਜਦ ਪੁਰਸ਼ ਮਰ ਜਾਵੇ ਤਦ ਉਸ ਦੀ ਜਿਹੜੀ ਚਮੜੀ ਹੈ ਉਹ ਕਿਸੇ ਵੀ ਕੰਮ ਨਹੀਂ ਆਉਂਦੀ। ਇਸ ਬਾਬਤ ਦਇਆ ਰਾਮ ਕਵੀ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦਾ ਹਾਥੀਓਂ ਕੇ दांत के खिलौने बने भांत भांत। ਹਾਥੀ ਦੰਦ ਦੇ ਬੜੇ ਬੜੇ ਸੋਹਣੇ ਖਿਡੌਣੇ ਬਣਦੇ ਨੇ। ਮਾਈਆਂ ਬੀਬੀਆਂ ਭੈਣਾਂ ਹਾਥੀ ਦੰਦ ਦਾ ਚੂੜਾ ਪਹਿਨਦੀਆਂ ਨੇ। ਬਾਗਣ ਕੀ ਖਾਲ ਸੋ ਤੋਂ ਸ਼ਿਵ ਮਨ ਪਾਈ ਹੈ।
ਸ਼ੇਰ ਦੀ ਖੱਲ ਸ਼ਿਵ ਜੀ ਮਹਾਰਾਜ ਸੰਤਾਂ ਮਹਾਤਮਾ ਦੇ ਹੇਠਾਂ ਵਿਛਾਉਣ ਵਾਸਤੇ ਉਹ ਚੰਗੀ ਮੰਨਦੇ ਹਨ। ਮ੍ਰਿਗਨ ਕੀ ਖਾਲਨ ਕੋ ਉਡਤ ਹੈ ਜੋਗੀ ਜਤੀ, ਹਰਨ ਦੀ ਖੱਲ ਨੂੰ ਜੋਗੀ ਜਤੀ ਆਪਣੇ ਉੱਪਰ ਲੈਂਦੇ ਹਨ। ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਈ ਹੈ, ਬੱਕਰੇ ਦੀ ਖੱਲ ਦੀਆਂ ਮਸ਼ਕਾਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਜਾਂਦਾ। ਬੱਕਰੇ ਦੀਆਂ ਨਾੜੀਆਂ ਦੀਆਂ ਤੰਤੀ ਸਾਜ਼ ਸਤਾਰ ਵਾਇਲਨ ਇਤਿਆਦਿਕ ਤੰਤੀ ਸਾਜ਼ ਬਣਦੇ ਨੇ, ਤੂੰਬੀ ਆਦਿਕ। ਜਾਂ ਆ ਜਿਹੜੀ ਜੋੜੀ ਹੁੰਦੀ ਹੈ ਤੇ ਉਹਦੇ ਨਾਲ ਉਹ ਖਿੱਚਾਂ ਪਾਈਆਂ ਜਾਂਦੀਆਂ ਨੇ, ਉੱਪਰ ਉਹਨਾਂ ਦਾ ਚਮੜਾ ਲਾ ਕੇ ਤੇ ਖਿੱਚ ਪਾਈ ਜਾਂਦੀ ਹੈ ਗੱਟੂ ਵਿੱਚ ਰੱਖ ਕੇ। ਪਸ਼ੂओं की ਖਾਲ ਕਾ ਅਦਕ ਸੁੰਦਰ ਜੋੜਾ ਬਣੇ, ਪਸ਼ੂਆਂ ਦੀ ਖੱਲ ਦੇ ਬੜੇ ਬੜੇ ਸੋਹਣੇ ਬੂਟ ਜੋੜੇ ਆਦਿਕ ਬਣਦੇ ਹਨ। ਗੈਂਡਣ ਕੀ ਖਾਲ ਰਾਜਾ ਰਾਣੇ ਕੋ ਸੁਹਾਈ ਹੈ, ਗੈਂਡੇ ਦੇ ਚਮੜੇ ਦੀ ਜਿਹੜੀ ਢਾਲ ਹੈ ਉਹ ਰਾਜੇ ਰਾਣੀਆਂ ਨੂੰ ਬੜੀ ਸ਼ੋਭਾ ਪਾਉਂਦੀ ਹੈ। ਗੈਂਡੇ ਦੀ ਚਮੜੀ ਦੀ ਢਾਲ ਉਹਦੇ ਵਿੱਚੋਂ ਗੋਲੀ ਪ੍ਰਵੇਸ਼ ਨਹੀਂ ਕਰਦੀ। ਕਹਿ ਕਵੀ ਦਇਆ ਰਾਮ ਰਾਮ ਕੇ ਭਜਨ ਬਿਨ, ਦਇਆ ਰਾਮ ਕਵੀ ਕਹਿੰਦਾ ਕਿ ਰਾਮ ਦੇ ਭਜਨ ਤੋਂ ਬਿਨਾ ਮਾਨੋ ਕੀ ਖਾਲ ਕਿਸੇ ਕਾਮ ਨਹੀਂ ਆਈ ਹੈ। ਬੰਦੇ ਦੀ ਜਿਹੜੀ ਖੱਲ ਹੈ ਚਮੜੀ ਹੈ ਕਿਸੇ ਵੀ ਕੰਮ ਨਹੀਂ ਆਉਂਦੀ। ਇਸ ਲਈ ਜੇ ਮਰ ਜਾਵੇ ਫਾਇਦਾ ਤਾਂ ਕੀ ਕਰਨਾ, ਬੰਦੇ ਨੂੰ ਕਰਜ਼ਾਈ ਕਰਕੇ ਸੁੱਟ ਦਿੰਦਾ ਹੈ। ਪਸ਼ੂ ਮਰੈ ਦਸ ਕਾਜ ਸਵਾਰੈ, ਜੇਕਰ ਡੰਗਰ ਪਸ਼ੂ ਮਰ ਜਾਵੇ ਤਾਂ 10 ਕੰਮ ਸਵਾਰਦਾ, ਮਤਲਬ ਬਹੁਤੇ ਕੰਮ ਸਵਾਰਦਾ। ਭਾਵ ਪਸ਼ੂਆਂ ਦੀ ਖੱਲ ਨਾਲ ਜੁੱਤੀਆਂ ਬਣਦੀਆਂ, ਮਸ਼ਕਾਂ ਬਣਦੀਆਂ, ਭੋਕੇ ਬਣਦੇ, ਨਗਾਰੇ ਤੇ ਕਾਠੀਆਂ ਤੇ ਬੱਧਰਾ ਆਦਿਕ ਬਣਦੀਆਂ ਹਨ। ਇਸੇ ਪ੍ਰਕਾਰ ਪਸ਼ੂ ਮਰੈ ਦਸ ਕਾਜ ਸਵਾਰੈ, ਜਦੋਂ ਮਨੁੱਖ ਦੇ ਅੰਦਰੋਂ ਪਸ਼ੂ ਸੁਭਾਅ ਮਰ ਜਾਵੇ ਤਾਂ ਸਮਾਜ ਦੇ ਅਨੇਕਾਂ ਹੀ ਕੰਮ ਸਵਾਰਨ ਦੇ ਯੋਗ ਹੋ ਜਾਂਦਾ ਹੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ, ਭਗਤ ਜੀ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਰਮਾਂ ਦੀ ਗਤੀ ਬਾਬਤ ਕਥਨ ਕਰਦੇ ਹੀ ਪਾਈ, ਆਪਦੇ ਕਰਮਾਂ ਦੀ ਰੀਤੀ ਨੂੰ ਮੈਂ ਕੀ ਜਾਣ ਸਕਦਾ ਹਾਂ। ਮੈਂ ਕਿਆ ਜਾਣਾ ਬਾਬਾ ਰੇ, ਹੇ ਭਾਈ ਮੈਂ ਕੀ ਜਾਣ ਸਕਦਾ ਹਾਂ ਕਿ ਅੱਗੇ ਨੂੰ ਕੀ ਕਰਮ ਕਰਾਂਗਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂਆਂ ਨੂੰ ਚੰਗਿਆਈਆਂ ਮਿਲਦੀਆਂ ਕਿਉਂਕਿ ਉਹ ਖੜਿਆ ਹਰਾ ਘਾਹ ਪੱਠਾ ਦਿਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਬਖਸ਼ਦੇ ਹਨ, ਦੁੱਧ ਦਿੰਦੇ ਨੇ। ਪਰ ਜਿਹੜੀ ਦੇਹ ਨਾਮ ਤੋਂ ਬਗੈਰ ਹੈ ਉਹਨਾਂ ਦੇ ਕਰਮਾਂ ਨੂੰ ਤ੍ਰਿਗਾਕਾਰ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਸਹਿਤ ਕੁਟੰਬ ਸਿਓ, ਜੇ ਤੂੰ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਜੋ ਖਾਣਾ ਪੀਣਾ ਹੱਸਣਾ ਸੌਣਾ ਇਹਦੇ ਵਿੱਚ ਇਨਸਾਨ ਨੂੰ ਆਪਦੀ ਮੌਤ ਭੁੱਲ ਗਈ ਹੈ ਕਿ ਵਾਹਿਗੁਰੂ ਨੇ ਮੈਨੂੰ ਅਮੋਲਕ ਮਨੁੱਖਾ ਜਨਮ ਦਿੱਤਾ ਹੈ, ਮੈਂ ਇਹਦਾ ਲਾਭ ਲੈ ਲਵਾਂ। ਮੌਤ ਨੂੰ ਭੁਲਾ ਕੇ
ਤੇ ਆਪਦੀ ਮौज ਮਸਤੀ ਮਾਰ ਰਿਹਾ ਹੈ। ਮਹਾਰਾਜ ਕਹਿੰਦੇ ਤ੍ਰਿਗਾਕਾਰ ਹੈ। ਕਵੀ ਹਰਦਿਆਲ ਜੀ ਸਾਰ ਕਿਤਾਬਲੀ ਦੇ ਅੰਦਰ ਲਿਖਦੇ ਨੇ ਕਿ ਨਿੰਦਰਾ ਭੋਜਨ ਭੋਗ ਪੈ, ਸੌਣਾ, ਭੋਜਨ ਖਾਣਾ, ਗ੍ਰਸਤ ਵਿਹਾਰ ਕਰਨਾ, ਆਪ ਤੋਂ ਵੱਡੇ ਤੋਂ ਡਰ ਜਾਣਾ, ਛੋਟੇ ਨੂੰ ਅੱਖਾਂ ਦਿਖਾਉਣੀਆਂ, ਇਹ ਪਸ ਪੁਰਸ਼ ਸਮਾਨ, ਇਹ ਜਿਹੜੇ ਕਰਮ ਨੇ ਪਸ਼ੂਆਂ ਦੇ ਵਿੱਚ ਤੇ ਬੰਦਿਆਂ ਦੇ ਵਿੱਚ ਇੱਕ ਬਰਾਬਰ ਨੇ। ਪਸ਼ੂ ਵੀ ਖਾਂਦੇ ਨੇ, ਸੌਂਦੇ ਨੇ, ਔਲਾਦ ਪੈਦਾ ਕਰਦੇ ਨੇ, ਇੱਕ ਦੂਜੇ ਤੋਂ ਡਰ ਜਾਂਦੇ, ਡਰਾ ਦਿੰਦੇ ਨੇ। ਪਰ ਨਰਨ ਗਿਆਨ ਨੇ ਜਦ ਕਤਾ, ਗਿਆਨ ਬਿਨਾ ਪਸ ਜਾਣ। ਇਨਸਾਨ ਦੇ ਵਿੱਚ ਗਿਆਨ ਦਾ ਗੁਣ ਹੈ। ਜੇ ਉਹਦੇ 'ਚ ਗਿਆਨ ਨਹੀਂ ਪੈਦਾ ਹੋਇਆ ਤਾਂ ਸਮਝ ਲਓ ਪਸ਼ੂ ਤੋਂ ਵੱਧ ਕੇ ਕੁਛ ਵੀ ਨਹੀਂ। ਸਗਵਾਂ ਕਿ ਪਸ਼ੂ ਉਹਦੇ ਨਾਲੋਂ ਚੰਗੇ ਨੇ, ਕਿਉਂਕਿ ਪੱਠੇ ਹਰਿਆ ਜਾਂ ਤੂੜੀ ਸੁੱਕੀ ਖਾ ਕੇ, ਆ ਗੁੱਜਰਾਂ ਦੇ ਡੰਗਰ ਵੇਖੋ ਸੁੱਕੀ ਪਰਾਲੀ ਚੱਬੀ ਜਾਂਦੇ ਨੇ, ਫਿਰ ਵੀ ਕਿਆ ਸੋਹਣਾ ਦੁੱਧ ਦਿੰਦੇ। ਬੰਦਾ 36 ਪ੍ਰਕਾਰ ਦੇ ਭੋਜਨ ਖਾ ਕੇ ਗੰਦਗੀ ਫੈਲਾ ਰਿਹਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਦਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੁਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨ ਉਚਰੈ ਹੈ, ਮਿਨ ਨਾਮੈ ਰਸ ਖਾਏ। ਨਾਨਕੀ ਵੈ ਜਾਣੀਐ, ਤਿਤ ਮੁਖ ਥੁੱਕਾਂ ਬਾਹੇ। ਕਬੀਰ ਜੀ ਕਹਿੰਦੇ ਮੇਰੇ ਜੈਸੇ ਕਰਮ ਨੇ, ਹੇ ਵਾਹਿਗੁਰੂ ਤੂੰ ਹੀ ਜਾਣਦਾ ਹੈ। ਸੋ ਮੈਂ ਕੀ ਜਾਣ ਸਕਦਾ ਕਿ ਮੇਰੇ ਇੰਨੇ ਮਾੜੇ ਕਰਮ ਹਨ, ਅਗਿਆਨ ਦੇ ਵਿੱਚ ਭੁੱਲਿਆ ਹੋਇਆ ਹਾਂ। ਹੇ ਸੱਚੇ ਪਾਤਸ਼ਾਹ ਅੱਗੇ ਨੂੰ ਕੀ ਕਰਮ ਕਰਾਂਗਾ, ਇਹ ਆਪ ਹੀ ਜਾਣਦੇ ਹੋ ਜੀ। ਰਹਾਉ ਮਰਨ ਤੋਂ ਬਾਅਦ ਸਰੀਰ ਦੀ ਹਾਲਤ ਕੈਸੀ ਹੁੰਦੀ ਹੈ, ਵਿਸ਼ਰਾਮ ਦੇ ਕੇ ਭਗਤ ਕਬੀਰ ਸਾਹਿਬ ਜੀ ਸ਼ਬਦ ਅਗਲਾ ਹਿੱਸਾ ਉਚਾਰ ਰਹੇ ਹਨ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ। ਮਰਨ ਤੋਂ ਬਾਅਦ ਜਦ ਮੁਰਦਾ ਸਰੀਰ ਨੂੰ ਚਿਖਾ ਦੇਵੇ ਸਾੜਿਆ ਜਾਂਦਾ, ਹਾਡਿਓਂ ਸੜਦੇ ਨੇ ਜਿਵੇਂ ਲੱਕੜੀਆਂ ਦਾ ਬੰਨਿਆ ਹੋਇਆ ਗੱਠਾ, ਲੱਕੜੀਆਂ ਦਾ ਭਾਰ ਸੜਦਾ ਹੈ। ਕੇਸ ਜਾਲੇ ਜੈਸੇ ਘਾਸ ਕਾ ਪੂਲਾ। ਸਿਰ ਦੇ ਕੇਸ ਇਉਂ ਸੜਦੇ ਜਿਵੇਂ ਘਾਹ ਦਾ ਮੁੱਠਾ ਦੱਥਾ ਸੜਦਾ ਹੈ। ਕਬੀਰ ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ। ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਾਹੋ ਕਬੀਰ ਤਬਹੀ ਨਰ ਜਾਗੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਤਦ ਹੀ ਪੁਰਖ ਵਿਦਿਆ ਰੂਪ ਨੀਂਦ ਵਿੱਚ ਸੁੱਤਾ ਹੋਇਆ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ ਹੈ। ਜਮ ਕਾ ਡੰਡ ਮੂੰਡ ਮਹ ਲਾਗੈ। ਜਦ ਯਮਦੂਤਾਂ ਦਾ ਡੰਡਾ ਇਹਦੇ ਸਿਰ 'ਚ ਆ ਕੇ ਲੱਗੇਗਾ ਉਦੋਂ ਹੀ ਇਹਨੂੰ ਜਾਗ ਆਵੇਗੀ। ਜਿਹੜੇ ਗੋਰੇ ਨੇ ਉਹ 100 ਸਾਲ ਬਾਅਦ ਦਾ ਸੋਚਦੇ ਨੇ ਵੀ ਅੱਜ ਤੋਂ 100 ਸਾਲ ਬਾਅਦ ਕੀ ਹੋਣਾ। ਆ ਜਿਹੜੇ ਹਿੰਦੂ ਨੇ 50 ਸਾਲ ਬਾਅਦ ਦਾ ਸੋਚਦੇ ਨੇ। ਸਾਡੇ ਪੰਜਾਬੀਆਂ ਦੇ ਸਿਰ 'ਚ ਜਦ ਰੋੜੇ ਵੱਜਦੇ ਨੇ, ਡਾਂਗਾਂ ਵੱਜਦੀਆਂ, ਫਿਰ ਪਤਾ ਲੱਗਦਾ ਵੀ ਉਹ ਇਹ ਤਾਂ ਧੋਖਾ ਹੋ ਗਿਆ ਸਾਡੇ ਨਾਲ, ਇਹ ਤਾਂ ਬੇਈਮਾਨੀ ਕਰ ਗਏ ਲੋਕ। ਤੋ ਐਸੀ ਸਾਡੀ ਹਾਲਤ ਹੈ। ਸਿਰ ਦੇ ਜੇ ਜਦ ਡੰਡਾ ਆ ਕੇ ਲੱਗੇਗਾ ਤੇ ਤਾਂ ਹੀ ਜਾਗ ਆਵੇਗੀ। ਗੋਂਡ ਜਦ ਭਗਤ ਜੀ ਇਹ ਉਪਦੇਸ਼ ਦੇ ਰਹੇ ਸਨ ਤਾਂ ਕਿ ਵਿਦਵਾਨ ਪੰਡਤ ਵੀ ਕਬੀਰ ਜੀ ਕੋਲ ਆਇਆ। ਉਹਨੇ ਸਾਰਾ ਸ਼ਬਦ ਸੁਣਿਆ ਤੇ ਉਹ ਕਹਿਣ ਲੱਗਾ
ਕਿ ਕਰਮ ਕਾਂਡ ਪੂਰਵ ਮੀਮਾਂਸਾ ਵਾਲਾ ਜਾਂ ਜੁਗਤੀ ਪ੍ਰਦਾਇਕ ਨਾਇਕ ਸੀ, ਜੋ ਕਬੀਰ ਜੀ ਦੇ ਉਸ ਦੇ ਨਾਲ ਪ੍ਰਸ਼ਨ ਉੱਤਰ ਰੂਪ ਦੇ ਵਿੱਚ ਬਚਨ ਵਿਲਾਸ ਹੋਏ, ਉਹਨੂੰ ਭਗਤ ਕਬੀਰ ਜੀ ਇਹ ਸ਼ਬਦ ਵਿੱਚ ਕਥਨ ਕਰਦੇ ਨੇ ਗੌਂਡ ਰਾਗ ਦੇ ਵਿੱਚ ਉਚਾਰ ਕੇ। ਪਹਿਲਾਂ ਪ੍ਰਸ਼ਨ ਰੂਪ ਹੋਣ ਕਰਕੇ ਰਾਹਾਉ ਵਾਲੀ ਤੁਕ ਦਾ ਅਰਥ ਹੋਵੇਗਾ। ਰਾਹਾਉ ਵਾਲੀ ਇਹ ਤੁਕ ਹੈ, ਮੋਹਿ ਬੈਰਾਗ ਪਾਇਓ। ਇਹ ਕਬੀਰ ਮੇਰਾ ਮਨ ਉਦਾਸ ਹੋਇਆ ਹੈ, ਜਾਂ ਮੈਨੂੰ ਇੱਕ ਸੰਸਾ ਹੋਇਆ ਹੈ ਕਿ ਇਹੋ ਜੀਉ ਆਏ ਕਹਾਂ ਗਇਓ। ਇਹ ਜੀਵ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ, ਆਇਆ ਕਿੱਥੋਂ ਸੀ ਤੇ ਚਲਿਆ ਕਿੱਥੇ ਗਿਆ ਹੈ। ਰਹਾਉ ਇਹ ਰਹਾਉ ਵਾਲੀ ਪੰਕਤੀ ਹੈ। ਇਹੀ ਸੁਣ ਕੇ ਭਗਤ ਕਬੀਰ ਜੀ ਗਿਆਨ ਅਵਸਥਾ ਵਿੱਚ ਬੈਠੇ ਹੋਏ ਉੱਤਰ ਦਿੰਦੇ ਆ, ਉਚਾਰਨ ਕਰਦੇ ਨੇ। ਹੁਣ ਸ਼ਬਦ ਦੀ ਆਰੰਭਤਾ ਤੋਂ ਪਾਵਨ ਉਪਦੇਸ਼ ਸੁਣੋ ਜੀ। ਆਕਾਸ ਗਗਨ ਪਾਤਾਲ ਗਗਨ ਹੈ। ਇਹ ਭਾਈ ਜਿਵੇਂ ਘੜੇ ਦੇ ਉੱਪਰਲੇ ਪਾਸੇ ਵੀ ਆਕਾਸ਼ ਹੁੰਦਾ, ਘੜੇ ਦੇ ਹੇਠਲੇ ਪਤਾਲ ਵਾਲੇ ਪਾਸੇ ਵੀ ਆਕਾਸ਼ ਹੁੰਦਾ, ਅਤੇ ਦੱਸਦੇ ਹਨ ਚਾਹ ਦਿਸ ਗਗਨ ਰਹਾਏ ਲੈ। ਘੜੇ ਦੇ ਚਾਰੇ ਤਰਫ ਵੀ ਆਕਾਸ਼ ਹੀ ਰਹਿੰਦਾ ਹੈ। ਇਸੇ ਪ੍ਰਕਾਰ ਆਕਾਸ ਗਗਨ ਪਾਤਾਲ ਗਗਨ ਹੈ। ਜਿਹਦਾ ਆਕਾਸ਼ ਬ੍ਰਹਮ ਆਕਾਸ਼ ਵੱਲ ਭਾਵ ਸਿਰ ਵੱਲ ਵੀ ਹੈ, ਜਿਹਦਾ ਆਕਾਸ਼ ਬ੍ਰਹਮ ਪਾਤਾਲ ਵੱਲ ਭਾਵ ਪੈਰਾਂ ਵੱਲ ਵੀ ਹੈ। ਚੌਦਸ ਗਗਨ ਰਹਾਏ ਲੈ। ਅਤੇ ਚਾਰੇ ਦਿਸ਼ਾਵਾਂ ਵਿੱਚ ਦਾ ਆਕਾਸ਼ ਬ੍ਰਹਮ ਹੀ ਬ੍ਰਹਮ ਰਹਿੰਦਾ। ਚਾਰ ਕੁੰਡ 14 ਭਵਨ ਸਗਲ ਵਿਆਪਤ ਰਾਮ, ਨਾਨਕ ਉਹਨਾਂ ਦੇਖੀਐ ਪੂਰਨਤਾ ਕੇ ਕਾਮ। ਇਸੇ ਪ੍ਰਕਾਰ ਆਕਾਸ ਗਗਨ ਪਾਤਾਲ ਗਗਨ ਹੈ। ਸੱਤਾਂ ਆਕਾਸ਼ਾਂ ਵਿੱਚ ਚਿਦਾ ਆਕਾਸ਼ ਬ੍ਰਹਮ ਹੈ, ਸੱਤਾਂ ਪਤਾਲਾਂ ਵਿੱਚ ਵੀ ਚਿਦਾ ਆਕਾਸ਼ ਬ੍ਰਹਮ ਹੈ। ਚੌਦਸ ਗਗਨ ਰਹਾਏ ਲੈ। ਚਾਰੇ ਉੱਤਰ ਦੱਖਣ ਪੂਰਬ ਪੱਛਮ ਦਿਸ਼ਾਵਾਂ ਵਿੱਚ ਵੀ ਚਿਦਾ ਆਕਾਸ਼ ਬ੍ਰਹਮ ਵਿਆਪਕ ਰਹਿੰਦਾ, ਭਾਵ ਸਥਿਤ ਰਹਿੰਦਾ ਹੈ। ਜਾਂ ਇਸੇ ਪ੍ਰਕਾਰ ਚੌਦਸ ਗਗਨ ਰਹਾਏ ਲੈ। ਦਸਵੇਂ ਦਵਾਰ ਰੂਪੀ ਆਕਾਸ਼ ਦੇ ਵਿੱਚ ਵੀ ਚਿਦਾ ਆਕਾਸ਼ ਬ੍ਰਹਮ ਹੈ। ਪਤਾਲ ਭਾਵ ਪੈਰਾਂ ਵਿੱਚ ਵੀ ਚਿਦਾ ਆਕਾਸ਼ ਬ੍ਰਹਮ ਹੈ। ਅਤੇ ਚਾਰੇ ਦਿਸ਼ਾਵਾਂ ਮਨ ਬੁੱਧ ਚਿੱਤ ਹੰਕਾਰ ਚਾਰੇ ਅੰਤःਕਰਨ ਵਿੱਚ ਵੀ ਚਿਦਾ ਆਕਾਸ਼ ਚੇਤਨ ਬ੍ਰਹਮ ਹੀ ਰਹਿੰਦਾ ਹੈ। ਆਨੰਦ ਮੂਲ ਸਦਾ ਪੁਰਖੋਤਮ। ਉਹ ਪਰਮੇਸ਼ਰ ਆਨੰਦ ਦਾ ਕਾਰਨ ਹੈ, ਉਹ ਪਰਮੇਸ਼ਰ ਆਨੰਦ ਸਰੂਪ ਹੈ, ਸਾਰਿਆਂ ਦਾ ਅਧਿਸ਼ਠਾਨ ਰੂਪ ਹੈ, ਅਤੇ ਹਮੇਸ਼ਾ ਕਾਇਮ ਰਹਿਣ ਵਾਲਾ ਸਾਰਿਆਂ ਤੋਂ ਉੱਤਮ ਪੁਰਖ ਹੈ। ਘਟ ਬਿਨਸਾ ਗਗਨ ਨ ਜਾਏ ਲੈ। ਜਿਵੇਂ ਘੜੇ ਦੇ ਨਾਸ਼ ਹੋਣ ਕਰਕੇ ਆਕਾਸ਼ ਦਾ ਨਾਸ਼ ਨਹੀਂ ਹੁੰਦਾ, ਕਿਉਂਕਿ ਘਟਾ ਆਕਾਸ਼ ਮਹਾਂਕਾਸ਼ ਵਿੱਚ ਲੀਨ ਹੋ ਜਾਂਦਾ। ਇਸੇ ਤਰ੍ਹਾਂ ਸਰੀਰ ਦੇ ਛੁੱਟਣੇ ਕਰਕੇ ਜਿਹਦਾ ਆਕਾਸ਼ ਚੇਤਨ ਬ੍ਰਹਮ ਦਾ ਕਿਤੇ ਆਉਣਾ ਜਾਣਾ ਨਹੀਂ ਹੁੰਦਾ ਹੈ। ਮੋਹਿ ਬੈਰਾਗ ਪਾਇਓ। ਮੈਨੂੰ ਵੈਰਾਗ ਹੋ ਗਿਆ ਹੈ। ਇਹੋ ਜੀਉ ਆਏ ਕਹਾਂ ਗਇਓ। ਇਹ ਜੀਵ ਕਿੱਥੋਂ ਆਇਆ ਤੇ ਕਿੱਧਰ ਨੂੰ ਚਲਿਆ ਗਿਆ ਹੈ। ਰਹਾਉ ਵਿਸ਼ਰਾਮ ਦਿੰਦੇ ਨੇ। ਫਿਰ ਕਬੀਰ ਜੀ ਉਸ ਵਿਦਵਾਨ ਪੰਡਤ ਨੂੰ ਕਹਿਣ ਲੱਗੇ ਕਿ ਤੂੰ ਮੰਨਿਆ ਹੋਇਆ। ਤਦ ਉਹ ਵਿਦਵਾਨ ਕਹਿਣ ਲੱਗਾ ਕਿ ਪੰਜਾਂ ਤੱਤਾਂ ਦੀ ਦੇਹ ਬਣਾਈ ਹੋਈ ਹੈ। ਕਹਿੰਦੇ ਕੀ ਮੰਨਿਆ ਤੂੰ? ਕਹਿੰਦੇ ਮੈਂ ਇਹ ਮੰਨਿਆ ਕਿ ਪੰਜਾਂ ਤੱਤਾਂ ਦੀ ਦੇਹ ਬਣਾਈ ਹੈ। ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਪੰਜ ਤਤ ਮਿਲ ਕਾਇਆ ਕੀਨੀ। ਇਹ ਭਾਈ ਜਿਹੜਾ ਤੂੰ ਇਹ ਕਹਿੰਦਾ ਕਿ ਪੰਜਾਂ ਤੱਤਾਂ ਨੂੰ ਮਿਲਾ ਕੇ
ਦੇਹ ਬਣਾਉਣਾ ਕੀਤੀ ਹੈ। ਤਤ ਕਹਾਂ ਤੇ ਕੀਨ ਰੇ। ਤੂੰ ਦੱਸ ਕਿ ਜਿਹੜੇ ਤੱਤ ਨੇ ਇਹ ਕਿੰਨੇ ਬਣਾਏ ਨੇ, ਕਿਸ ਤਰ੍ਹਾਂ ਬਣੇ ਨੇ? ਮਤਲਬ ਰੱਬ ਨੇ ਹੀ ਬਣਾਏ ਹਨ। ਸੋ ਇਹ ਕਿਹਦੇ ਤੋਂ ਬਣਾਏ ਨੇ? ਮਹਾਰਾਜ ਨੇ ਆਪਦੀ ਮੌਜ ਵਿੱਚ ਬਣਾਏ ਨੇ। ਫਿਰ ਪਹਿਲੇ ਪ੍ਰਕਾਰ ਨੂੰ ਛੱਡ ਕੇ ਪੂਰਵ ਮੀਮਾਂਸਾ ਅਨੁਸਾਰ ਕਹਿਣ ਲੱਗਾ ਕਿ ਕਬੀਰ ਜੀ ਜੀਵ ਕਰਮਾਂ ਦਾ ਬੱਝਾ ਹੋਇਆ ਹੈ। ਤਾਂ ਕਬੀਰ ਸਾਹਿਬ ਉੱਤਰ ਦਿੰਦੇ ਹਨ, ਕਰਮ ਬੱਧ ਤੁਮ ਜੀਉ ਕਹਿਤ ਹਾਓ। ਹੇ ਭਾਈ, ਤੁਸੀਂ ਪੂਰਵ ਮੀਮਾਂਸੇ ਵਾਲ ਲੋਕ ਜੀਵ ਨੂੰ ਕਰਮ ਦੇ ਵਿੱਚ ਬੱਧਾ ਹੋਇਆ ਕਹਿੰਦੇ ਹੋ। ਕਰਮ ਹੈ ਕਿਨ ਜੀਉ ਦੀਨ ਰੇ। ਪਰੰਤੂ ਹੇ ਭਾਈ, ਇਹ ਦੱਸਣਾ ਕਰ ਕਿ ਜੀਵ ਦੇ ਕਰਮਾਂ 'ਚ ਬੱਝਣ ਦੀ ਚੇਤਨ ਸੱਤਾ ਕਿਸ ਨੇ ਦਿੱਤੀ ਹੋਈ ਹੈ? ਕਿਉਂਕਿ ਆਪਣੇ ਆਪ ਦਾ ਕਰਮ ਜੜ ਨੇ, ਇਸ ਲਈ ਮੁਰਦਾ ਕਰਮ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਜੀਵ ਜਿਉਂਦਾ ਕਰਮ ਕਰ ਸਕਦਾ, ਭਾਵ ਜੀ ਮੁਰਦਾ ਹੋਇਆ ਕੋਈ ਵੀ ਕਰਮ ਨਹੀਂ ਕਰ ਸਕਦਾ। ਅਰਥਾਤ ਚੇਤਨ ਬ੍ਰਹਮ ਸੁਤੰਤਰ ਹੋਣ ਕਰਕੇ ਕਰਮਾਂ 'ਚ ਬੱਝਾ ਹੋਇਆ ਨਹੀਂ ਹੈ। ਇਸ ਲਈ ਤੂੰ ਦੱਸ ਕਿ ਜੀਵ ਨੂੰ ਕਰਮਾਂ 'ਚ ਕਿਸ ਨੇ ਪਾਤਾ? ਇਹ ਸੁਣ ਕੇ ਵਿਦਵਾਨ ਪੰਡਤ ਕਹਿਣ ਲੱਗਾ ਕਿ ਕਬੀਰ ਜੀ ਮੈਨੂੰ ਨਹੀਂ ਪਤਾ, ਇਸ ਲਈ ਕਿਰਪਾ ਕਰਕੇ ਤੁਸੀਂ ਹੀ ਦੱਸੋ। ਤਾਂ ਕਬੀਰ ਸਾਹਿਬ ਜੀ ਉੱਤਰ ਬਖਸ਼ ਰਹੇ ਹਨ, ਹਰ ਮਹ ਤਨ ਹੈ ਤਨ ਮਹ ਹਰ ਹੈ। ਇਹ ਭਾਈ, ਪਰਮੇਸ਼ਰ ਵਿੱਚ ਇਹ ਸਾਰੇ ਸਰੀਰ ਹਨ ਤੇ ਸਾਰੇ ਸਰੀਰਾਂ ਵਿੱਚ ਹਰੀ ਪਰਮੇਸ਼ਰ ਖੁਦ ਆਪ ਹੈ। ਸਰਬ ਨਿਰੰਤਰ ਸੋਏ ਰੇ। ਇਹ ਭਾਈ, ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੈ। ਕਹਿ ਕਬੀਰ RAM ਨਾਮ ਨਾ ਛੋਡਾਓ। ਕਬੀਰ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਿਸੇ ਵੀ ਕੀਮਤ ਤੇ ਨਾ ਛੱਡੋ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਅਮੋਲਕ ਬਚਨਾਂ ਵਿੱਚ ਇੱਕ ਇਹ ਸੁੰਦਰ ਬਚਨ ਹੈ ਕਿ 100 ਘੜੇ ਦੇਸੀ ਘਿਓ ਦੇ ਭਾਵੇਂ ਡੁੱਲ ਜਾਣ ਤਾਂ ਡੁੱਲ ਜਾਣ, ਪਰ ਨਿਤਨੇਮ ਨਾ ਛੱਡੋ। ਇਹ ਸੰਤਾਂ ਦੀ ਆਪਣੀ ਅਵਸਥਾ ਸੀਗੀ ਤਾਂ ਉਹਨਾਂ ਨੇ ਬਚਨ ਕੀਤਾ। ਮਤਲਬ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ, ਪਰ ਭਜਨ ਸਿਮਰਨ ਵੱਲੋਂ ਆਲਸ ਨਾ ਕਰੋ। ਇਹ ਕਬੀਰ ਸਾਹਿਬ ਜੀ ਦੀ ਅਵਸਥਾ ਹੈ। ਕਹਿੰਦੇ ਜੋ ਹੁੰਦਾ ਸੋ ਹੁੰਦਾ ਰਹੇ, ਪਰ ਵਾਹਿਗੁਰੂ ਦਾ ਨਾਮ ਨਾ ਛੱਡੋ। ਸਹਿਜੇ ਹੋਏ ਸੋ ਹੋਏ ਰੇ। ਮੈਂ ਵੇਖਿਆ ਵੀ ਜੇ ਗੱਡੀ 60 ਦੀ ਸਪੀਡ ਤੋਂ ਉੱਪਰ ਕਰੀਏ ਤਾਂ ਮਨ ਬੌਂਦਲ ਜਾਂਦਾ, ਨਾ ਤਾਂ ਵਾਹਿਗੁਰੂ ਆਖਿਆ ਜਾਂਦਾ, ਨਾ ਕੋਈ ਜਪਜੀ ਸਾਹਿਬ ਦਾ ਪਾਠ ਹੁੰਦਾ। ਜੇ ਤੇਜ਼ ਤੁਰੀਏ ਤਾਂ ਵੀ ਸਭ ਕੁਝ ਭੁੱਲ ਭੁੱਲ ਜਾਂਦਾ। ਤੋ ਜਿੰਨਾ ਵੀ ਆਰਾਮ ਦੇ ਨਾਲ ਕੋਈ ਕੰਮ ਕਰੇ ਉਹਨਾਂ ਮਨ ਟਿਕਾਓ 'ਚ ਰਹਿੰਦਾ ਹੈ। 5 ਮਿੰਟ 10 ਮਿੰਟ ਬੰਦਾ ਪਹਿਲਾਂ ਤੁਰ ਪਏ, ਭੱਜੋ ਭਜਾਈਏ 'ਚ ਨਾਲੇ ਠਾਹ ਠੁੱਕ ਹੁੰਦੀ, ਬਦੋ ਬਦੀ ਨੁਕਸਾਨ ਹੋ ਜਾਂਦਾ ਕਾਲੀ ਦੇ ਵਿੱਚ। ਇਉਂ ਜਿਹੜੇ ਸੰਤ ਹੁੰਦੇ ਨੇ, ਆ ਤੁਸੀਂ ਹੰਸਾਲੀ ਵਾਲੇ ਬਾਬਿਆਂ ਦੇ ਦਰਸ਼ਨ ਕਰਦੇ ਰਹੇ ਹੋ। ਸਾਡਾ ਕੰਮ ਕੀ ਹੈ? ਫਾਇਰ ਬ੍ਰਿਗੇਡ ਗੱਡੀ ਦੀ ਤਰ੍ਹਾਂ, ਮਤਲਬ ਕੁਛ ਵੀ ਕਰਨਾ ਭੱਜੋ ਭਜਾਈਏ 'ਚ ਕਾਲੀ ਭੁਣੇ 'ਚ ਮਨ ਜਿਹੜਾ ਟਿਕਾਓ 'ਚ ਨਹੀਂ ਹੁੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਪੁਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਹਰ ਸਾਰ। ਉਹਦੇ ਨਾਲ ਐਕਸੀਡੈਂਟ, ਸਰੀਰ ਦਾ ਨੁਕਸਾਨ, ਕਿਸੇ ਕੰਮ ਦਾ ਚੇਤਾ ਭੁੱਲ ਜਾਣਾ, ਫਿਰ ਦੁਬਾਰ ਤੋਂ ਸਮੇਂ ਦਾ ਨੁਕਸਾਨ। ਤੋ ਨਾ ਭਜਨ ਸਿਮਰਨ, ਨਾ ਬਾਣੀ ਦਾ ਪਾਠ, ਨਾ ਕੋਈ ਪੂਜਾ, ਸਭ ਭੱਜ ਦੌੜ ਦੇ ਵਿੱਚ ਜ਼ਿੰਦਗੀ ਗੁਜ਼ਰ ਜਾਂਦੀ। ਜਿਹੜੇ ਰੱਬ ਦੇ ਪਿਆਰੇ ਨੇ ਉਹ ਜੋ ਵੀ ਕਰਦੇ ਸਹਿਜੇ ਸਹਿਜੇ ਕਰਦੇ ਭਾਵੇਂ ਥੋੜ੍ਹਾ, ਪਰ ਕਰਦੇ ਸਹਿਜੇ ਸਹਿਜੇ। ਸਹਿਜੇ ਨਾਮ ਹੌਲੀ ਦਾ ਵੀ ਹੈ, ਸਹਿਜੇ ਨਾਮ ਸਹਿਜ ਅਵਸਥਾ ਦਾ ਵੀ ਹੈ। ਹੇ ਭਾਈ, ਸਰੀਰ ਦੀ ਕਿਰਿਆ ਕਰਮਾਂ ਦੇ ਅਨੁਸਾਰ
ਸੁਤੇ ਸਿੱਧ ਜਿਹੜੀ ਹੁੰਦੀ ਸੋ ਹੋਵੇ ਪਿਆ, ਉਹ ਹੋਈ ਜਾਵੇ। ਜੋ ਕੁਝ ਸੁਭਾਵਿਕ ਹੁੰਦਾ ਜਾਂਦਾ ਉਹ ਹੁੰਦਾ ਰਹੇ, ਤੇ ਮਹਾਰਾਜ ਦਾ ਨਾਮ ਕਦੀ ਵੀ ਨਾ ਛੱਡਣਾ ਕਰੋ। ਰਾਗ ਗੌਂਡ ਬਾਣੀ ਕਬੀਰ ਜੀਓ ਕੀ। ਗੌਂਡ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਇਹ ਗੁਰਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਘਰ ਦੂਜਾ ਦੂਜੇ ਸੁਰਤਾਲ ਦੇ ਵਿੱਚ ਉਚਾਰਨ ਕਰ ਰਹੇ ਹਨ। ਜਿਹੜਾ ਪਹਿਲਾ ਸ਼ਬਦ ਸੀਗਾ, ਇਹ ਸਾਧ ਸੰਗਤ ਜੀਓ ਕਬੀਰ ਸਾਹਿਬ ਜੀ ਦਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੱਥੋਂ ਬਾਣੀ ਪ੍ਰਾਰੰਭ ਹੋਈ ਹੈ ਪਹਿਲੇ ਸੁਰਤਾਲ ਦੇ ਵਿੱਚ ਉਚਾਰੀ ਲਿਖਵਾਈ ਹੈ। ਹੁਣ ਦੂਜੇ ਸੁਰਤਾਲ ਦੇ ਵਿੱਚ ਉਚਾਰ ਰਹੇ ਨੇ 3 ਸ਼ਬਦਾਂ ਤੋਂ ਬਾਅਦ, ਇਸ ਲਈ ਪ੍ਰਕਰਨ ਚੇਂਜ ਹੋ ਰਿਹਾ। ਤਾਂ ਗੁਰੂ ਸਾਹਿਬ ਜੀ ਮੰਗਲ ਕਰਦੇ ਹਨ। ਏਕ ਓੰਕਾਰ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪੂਜਾ ਬਾਂਧ ਭਿਲਾ ਕਰ ਡਾਰਿਓ। ਜਦ ਸਿਕੰਦਰ ਲੋਧੀ ਬਾਦਸ਼ਾਹ ਕਾਂਸ਼ੀ ਵਿੱਚ ਆਇਆ ਸੀ, ਉਸ ਵਕਤ ਸਿਕੰਦਰ ਲੋਧੀ ਦਾ ਬੜਾ ਪ੍ਰਤਾਪ ਸੀ। ਉਹਨੇ ਕਾਂਸ਼ੀ ਵਿੱਚ ਆ ਕੇ ਲੋਕਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਪ੍ਰਕਾਰ ਦਾ ਦੁੱਖ ਤਾਂ ਨਹੀਂ ਹੈ। ਤਾਂ ਕੁਝ ਕਾਜ਼ੀਆਂ ਤੇ ਬ੍ਰਾਹਮਣਾਂ ਨੇ ਸਿਕੰਦਰ ਲੋਧੀ ਨੂੰ ਕਿਹਾ ਕਿ ਬਾਕੀ ਤਾਂ ਸਭ ਕੁਝ ਠੀਕ ਠਾਕ ਹੈ, ਪਰੰਤੂ ਇੱਕ ਜੁਲਾਇਆ ਪਤਾ ਨਹੀਂ ਮੁਸਲਮਾਨ ਹੈ ਪਤਾ ਨਹੀਂ ਹਿੰਦੂ ਹੈ, ਨੀਰੂ ਤੇ ਨੀਮਾ ਮੁਸਲਮਾਨ ਸੀ ਜਿਨ੍ਹਾਂ ਨੇ ਕਬੀਰ ਨੂੰ ਪਾਲਿਆ, ਜੰਮਿਆ ਇਹ ਹਿੰਦੂਆਂ ਦੇ ਘਰ ਸੀ। ਸੋ ਇਹ ਜੁਲਾਇਆ ਮੁਸਲਮਾਨ ਮੱਤ ਵਿੱਚ ਹੋ ਕੇ ਮੁਸਲਮਾਨ ਮੱਤ ਦਾ ਹੀ ਖੰਡਨ ਕਰੀ ਜਾਂਦਾ, ਤੇ ਬ੍ਰਾਹਮਣਾਂ ਨੇ ਕਿਹਾ ਸਾਡੇ ਮੱਤ ਦਾ ਵੀ ਖੰਡਨ ਕਰਦਾ, ਇਹ ਕਿਸੇ ਨੂੰ ਨਹੀਂ ਮੰਨਦਾ, ਇਸ ਲਈ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਇਹ ਆਪਣੀ ਵਡਿਆਈ ਕਰਾਉਣ ਲਈ ਹਰੇਕ ਤਰਫ ਹੀ ਚੱਲ ਪੈਂਦਾ, ਕੁਝ ਪਤਾ ਨਹੀਂ ਲੱਗਦਾ ਵੀ ਇਹ ਹੈ ਕੌਣ, ਮੁਸਲਮਾਨ ਹੈ ਕਿ ਹਿੰਦੂ। ਸਾਡੇ ਖਿਆਲ ਅਨੁਸਾਰ ਇਹ ਕਾਫਰ ਜਾਪਦਾ, ਇਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਬਣਦੀ ਹੈ। ਉਸ ਫਰਿਆਦ ਨੂੰ ਸੁਣ ਕੇ ਬਾਦਸ਼ਾਹ ਨੇ ਆਪਣੇ ਸਿਪਾਹੀ ਭੇਜ ਕੇ ਭਗਤ ਕਬੀਰ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ, ਤੇ ਬਿਨਾਂ ਕੋਈ ਸੋਚੇ ਸਮਝੇ ਝਾਟੀ ਹੁਕਮ ਦੇ ਦਿੱਤਾ ਕਿ ਇਹਨੂੰ ਹਾਥੀ ਦੇ ਅੱਗੇ ਸੁੱਟਿਆ ਜਾਵੇ। ਜਦ ਹਾਥੀ ਨੇ ਕੁਝ ਨਾ ਕਿਹਾ, ਫਿਰ ਗੰਗਾ ਸੁੱਟਿਆ ਗਿਆ। ਗੰਗਾ ਤੋਂ ਵੀ ਤਰ ਕੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਰਾਮ ਨਾਮ ਜਿਤ ਰਹੇ ਸਮਾਏ। ਇੱਕ ਚੁਬਕੀ ਲੈਂਦਿਆਂ ਜਿਹੜੇ ਸੰਗਲ ਬੰਨੇ ਸੀ ਉਹ ਸਾਰੇ ਟੁੱਟ ਗਏ, ਤੇ ਪਾਣੀ ਦੇ ਉੱਪਰ ਮ੍ਰਿਗਸ਼ਾਲਾ ਵਿਛ ਗਈ। ਕਬੀਰ ਜੀ ਉੱਤੇ ਚੌਂਕੜਾ ਮਾਰ ਕੇ ਬੈਠ ਗਏ। ਜਿਸ ਘਾਟ ਤੇ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ, ਉਹ ਘਾਟ ਤੇ ਆ ਕੇ ਮ੍ਰਿਗਸ਼ਾਲਾ ਲੱਗ ਗਈ, ਤੇ ਉਤਰ ਕੇ ਰਾਮ ਨਾਮ ਕਰਦੇ ਆਪਣੇ ਘਰ ਨੂੰ ਆ ਵੜੇ। ਮੁੜ ਕੇ ਕਬੀਰ ਸਾਹਿਬ ਨੂੰ ਅੱਗ 'ਚ ਬਿਠਾਇਆ ਗਿਆ। ਇਤਿਹਾਦਕ ਬਹੁਤ ਜ਼ਿਆਦਾ ਡਰ ਦਿੱਤਾ, ਪਰੰਤੂ ਭਗਤ ਕਬੀਰ ਜੀ ਨੂੰ ਕੁਝ ਵੀ ਨਾ ਹੋਇਆ। ਤਦ ਬਾਦਸ਼ਾਹ ਭਗਤ ਕਬੀਰ ਜੀ ਨੂੰ ਪ੍ਰਭੂ ਦਾ ਸੇਵਕ ਜਾਣ ਕੇ ਭਗਤ ਜੀ ਦੇ ਚਰਨੀ ਪੈ ਗਿਆ। ਤਦ ਫੇਰ ਭਗਤ ਕਬੀਰ ਜੀ ਵਾਪਸ ਆਪਣੇ ਘਰ ਨੂੰ ਆਏ। ਤਾਂ ਭਗਤ ਕਬੀਰ ਜੀ ਦੇ ਸੇਵਕਾਂ ਨੇ ਭਗਤ ਕਬੀਰ ਜੀ ਨੂੰ ਆ ਕੇ ਪੁੱਛਿਆ ਕਿ ਬਾਦਸ਼ਾਹ ਨੇ ਕਿਉਂ ਬੁਲਾਇਆ ਸੀ ਤੁਹਾਨੂੰ। ਤਦ ਜੋ ਭਗਤ ਕਬੀਰ ਜੀ ਦੇ ਨਾਲ ਬੀਤੀ ਸੀ ਉਸ ਵਾਰਤਾ ਨੂੰ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਕੇ ਕਥਨ ਕਰ ਰਹੇ ਹਨ। ਪੂਜਾ ਬਾਂਧ ਭਿਲਾ ਕਰ ਡਾਰਿਓ। ਇਹ ਸੰਗਤ ਜੀ ਮੇਰੀਆਂ ਬਾਹਾਂ ਪਿੱਠ ਪਿੱਛੇ ਬੰਨ੍ਹ ਕੇ ਪਾ ਮੁਸ਼ਕਾਂ ਦੇ ਕੇ ਤੇ ਭਿਲਾ ਮਿੱਟੀ ਦੇ ਭੇਲੇ ਵਾਂਗ ਕਰਕੇ
ਮਤਲਬ ਗੋਲ ਕੱਢ ਕੇ ਪੰਡ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ ਸੀ। ਹਸਤੀ ਕਰੋਪਾ ਮੁੰਡ ਮਹਿ ਮਾਰਿਓ। ਬਾਦਸ਼ਾਹ ਦੀ ਆਗਿਆ ਅਨੁਸਾਰ ਮਹਾਵਤ ਨੇ ਗੁੱਸੇ ਨਾਲ ਹਾਥੀ ਦੇ ਜਾਂ ਮਹਾਵਤ ਨੇ ਹਾਥੀ ਨੂੰ ਗੁੱਸੇ ਕਰਨ ਵਾਸਤੇ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ ਸੀ। ਜਾਂ ਸਿਕੰਦਰ ਲੋਧੀ ਨੇ ਹਾਥੀ ਨੂੰ ਗੁੱਸੇ ਕਰਨ ਵਾਸਤੇ ਮਹਾਵਤ ਤੋਂ ਹਾਥੀ ਦੇ ਸਿਰ ਤੇ ਕੁੰਡਾ ਮਰਵਾਉਣਾ ਕੀਤਾ। ਜਾਂ ਮਹਾਵਤ ਨੇ ਕ੍ਰੋਧ ਨਾਲ ਹਾਥੀ ਦੇ ਸਿਰ 'ਚ ਕੁੰਡਾ ਮਾਰਿਆ। ਉਸ ਵਕਤ ਪਰਮੇਸ਼ਰ ਨੇ ਮੇਰੇ ਸਰੀਰ ਵਿੱਚ ਉਹ ਨਰਸਿੰਘ ਦਾ ਰੂਪ ਦਿਖਾ ਕੇ ਹਾਥੀ ਨੂੰ ਡਰਾਤਾ। ਜਾਂ ਪਰਮੇਸ਼ਰ ਹਾਥੀ ਦੇ ਹਿਰਦੇ 'ਚ ਵਸ ਗਿਆ ਤੇ ਉਹਨੇ ਮੈਨੂੰ ਕੁਝ ਵੀ ਨਾ ਆਖਿਆ। ਹਸਤ ਭਾਗ ਕੈ ਚੀਸਾ ਮਾਰੈ। ਹਾਥੀ ਪਿੱਛੇ ਦੌੜ ਕੇ ਚੀਕਾ ਮਾਰਨ ਲੱਗ ਪਿਆ। ਜਾਂ ਚੀਕਾ ਮਾਰਦਾ ਪਿੱਛੇ ਨੂੰ ਦੌੜ ਗਿਆ। ਯਾ ਮੂਰਤ ਕੈ ਹਉ ਬਲਹਾਰੈ। ਫਿਰ ਹਾਥੀ ਨੇ ਮੇਰੇ ਵਿੱਚ ਨਰਸਿੰਘ ਦਾ ਰੂਪ ਵੇਖ ਕੇ ਕਿਹਾ ਕਿ ਇਸ ਹਸਤੀ ਦੇ ਉੱਪਰੋਂ ਮੈਂ ਕੁਰਬਾਨ ਜਾਂਦਾ ਹਾਂ। ਇਸੇ ਪ੍ਰਕਾਰ ਹਸਤ ਭਾਗ ਕੈ ਚੀਸਾ ਮਾਰੈ। ਉਹ ਹਾਥੀ ਜੋ ਚੀਕਾਂ ਮਾਰ ਮਾਰ ਕੇ ਬੋਲਦਾ ਸੀ, ਮਨ ਨੂੰ ਐਸਾ ਪ੍ਰਤੀਤ ਹੁੰਦਾ ਸੀ ਕਿ ਹਾਥੀ ਕਹਿ ਰਿਹਾ ਹੈ ਕਿ ਮੈਂ ਕਬੀਰ ਦੀ ਮੂਰਤੀ ਦੇ ਬਲਿਹਾਰ ਜਾਂਦਾ ਹਾਂ। ਯਾ ਮੂਰਤ ਕੈ ਹਉ ਬਲਹਾਰੈ। ਮੈਂ ਕਬੀਰ ਸਾਹਿਬ ਦੇ ਸਰੂਪ ਤੋਂ ਬਲਿਹਾਰ ਜਾਂਦਾ ਹਾਂ। ਆਹੇ ਮੇਰੇ ਠਾਕੁਰ ਤੁਮਰਾ ਜੋਰ। ਫਿਰ ਸੇਵਕਾਂ ਨੇ ਪੁੱਛਿਆ ਕਿ ਕਬੀਰ ਜੀ ਤੁਹਾਡੇ ਅੰਦਰ ਉਸ ਵੇਲੇ ਕੀ ਵਿਚਾਰ ਚੱਲ ਰਹੀ ਸੀ। ਤਾਂ ਕਬੀਰ ਜੀ ਕਹਿਣ ਲੱਗੇ ਕਿ ਉਸ ਵੇਲੇ ਮੈਂ ਪਰਮੇਸ਼ਰ ਦੇ ਸਨਮੁਖ ਇੰਝ ਬੇਨਤੀ ਕੀਤੀ ਸੀ ਕਿ ਹੇ ਮੇਰੇ ਠਾਕੁਰ ਮਾਲਕ ਪਰਮੇਸ਼ਰ ਜੀ, ਮੈਂ ਆਪ ਜੀ ਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ। ਮੈਨੂੰ ਆਪ ਜੀ ਦਾ ਹੀ ਬਲ ਆਸਰਾ ਹੈ। ਕਾਜੀ ਬਕਬੋ ਹਸਤੀ ਤੋਰਾ। ਹਾਥੀ ਨੂੰ ਪਿੱਛੇ ਹਟਦਿਆਂ ਵੇਖ ਕੇ ਪਾਤਸ਼ਾਹੀ ਕਾਜੀ ਬਕਵਾਸ ਕਰਨ ਲੱਗਿਆ। ਬੋਲਿਆ, ਹੇ ਮਹਾਵਤ, ਹਾਥੀ ਨੂੰ ਅੱਗੇ ਵੱਲ ਤੋਰ, ਚਲਾਉਣਾ ਕਰ। ਜਾਂ ਹਾਥੀ ਨੂੰ ਅੱਗੇ ਤੋਰ ਕੇ ਕਬੀਰ ਦੇ ਸਰੀਰ ਨੂੰ ਤੁੜਵਾ ਦੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਰੇ ਮਹਾਵਤ ਤੁਜ ਡਾਰੋ ਕਾਟ। ਜਦ ਫਿਰ ਵੀ ਹਾਥੀ ਅੱਗੇ ਨੂੰ ਨਾ ਤੁਰਿਆ ਤਾਂ ਕਾਜੀ ਨੇ ਮਨ 'ਚ ਵਿਚਾਰਿਆ ਕਿ ਕਬੀਰ ਦੇ ਚੇਲਿਆਂ ਨੇ ਮਹਾਵਤ ਨੂੰ ਰਿਸ਼ਵਤ ਦੇ ਦਿੱਤੀ ਹੋਣੀ ਹੈ, ਇਸ ਲਈ ਮਹਾਵਤ ਕਬੀਰ ਦੀ ਲਿਹਾਜ਼ ਕਰਦਾ। ਇਹ ਵਿਚਾਰ ਕਾਜੀ ਨੇ ਫਿਰ ਮਹਾਵਤ ਨੂੰ ਵਿਚਾਰ ਕੇ ਕਹਿਣ ਲੱਗਾ। ਇਹ ਵਿਚਾਰ ਕੇ ਤੇ ਜਿਹੜਾ ਮਹਾਵਤ ਸੀ ਉਹਨੂੰ ਡਰਾਵਾ ਦੇਣ ਵਾਸਤੇ ਜਿਹੜਾ ਬਾਦਸ਼ਾਹ ਸੀ ਉਹਨੇ ਕਹਿਣਾ ਕੀਤਾ, ਰੇ ਮਹਾਵਤ, ਹੇ ਮਹਾਵਤ, ਤੁਝ ਡਾਰੋਂ ਕਾਟ, ਮੈਂ ਤੈਨੂੰ ਪਾਤਸ਼ਾਹ ਤੋਂ ਵਢਾ ਕੇ 2 ਟੁਕੜੇ ਕਰਵਾ ਕੇ ਛੁਟਵਾ ਦਿਆਂਗਾ। ਇਸੈ ਤੁਰਾਵਹੁ ਘਲਹੁ ਸਾਟ। ਅੰਕਸ਼ ਦੀ ਸੱਟ ਪਾ ਕੇ ਇਸ ਹਾਥੀ ਨੂੰ ਕਬੀਰ ਵੱਲ ਚਲਾ। ਇਸ ਕਬੀਰ ਨੂੰ ਹਾਥੀ ਕੋਲੋਂ ਸੁੰਡ ਦੀ ਸੱਟ ਪਵਾ ਕੇ ਤੁੜਵਾ ਦੇਣਾ ਕਰ। ਉਸ ਵੇਲੇ ਮਹਾਵਤ ਨੇ ਹਾਥੀ ਦੇ ਬਥੇਰੇ ਕੁੰਡੇ ਮਾਰੇ, ਪਰੰਤੂ ਹਸਤਨ ਤੋਰੈ ਧਰੈ ਧਿਆਨ। ਸੋ ਕਾਜੀ ਤੋਂ ਡਰਦੇ ਹੋਏ ਮਹਾਵਤ ਨੇ ਬੜਾ ਜ਼ੋਰ ਲਾਇਆ, ਪਰ ਹਾਥੀ ਅੱਗੇ ਨੂੰ ਤੁਰਦਾ ਹੀ ਨਹੀਂ। ਜਾਂ ਹਾਥੀ ਮੈਨੂੰ ਕਬੀਰ ਨੂੰ ਤੋੜਦਾ ਹੀ ਨਹੀਂ ਹੈ। ਉਹ ਤਾਂ ਇੰਝ ਲੱਗਦਾ ਹੈ ਕਿ ਨਰਸਿੰਘ ਰੂਪ ਦਾ ਧਿਆਨ ਧਾਰਦਾ ਹੈ, ਜਾਂ ਉਹਦੇ ਚਿੱਤ ਵਿੱਚ ਡਰਾਉਣ ਵਾਸਤੇ ਪਰਮੇਸ਼ਰ ਦਾ ਸਰੂਪ ਨਰਸਿੰਘ। ਵਾਕੈ ਹਿਰਦੈ ਬਸੈ ਭਗਵਾਨ। ਉਹਦੇ ਹਿਰਦੇ ਵਿੱਚ ਨਰਸਿੰਘ ਭਗਵਾਨ ਵਸ ਗਿਆ। ਪਰਮੇਸ਼ਰ ਦਾ ਸਰੂਪ ਕਬੀਰ ਵਿੱਚ ਵਸਦਾ ਵੇਖ ਕੇ ਹਾਥੀ ਪਿੱਛੇ ਨੂੰ ਦੌੜ ਪਿਆ। ਕਿਆ ਅਪਰਾਧ ਸੰਤ ਹੈ ਕੀਨਾ। ਉਸ ਵੇਲੇ ਕਾਂਸ਼ੀ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਆਏ।
ਤੇ ਆ ਕੇ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਬਾਦਸ਼ਾਹ, ਇਹ ਪਰਮੇਸ਼ਰ ਦੇ ਸੰਤ ਨੇ ਐਸਾ ਕਿਹੜਾ ਗੁਨਾਹ ਕੀਤਾ ਹੈ ਬਾਂਦ ਪੋਟ ਕੁੰਚਰ ਕਉ ਦੀਨਾ। ਕਿ ਜੋ ਤੂੰ ਇਹਨੂੰ ਪੰਡ ਵਾਂਗ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਹੈ। ਉਸ ਵੇਲੇ ਸਿਕੰਦਰ ਲੋਧੀ ਬਾਦਸ਼ਾਹ ਹੈਰਾਨ ਹੋ ਕੇ ਮੁਆਫੀ ਮੰਗਣ ਲੱਗ ਪਿਆ। ਜਦ ਉਹਨੇ ਵੇਖਿਆ ਕੁੰਚਰ ਪੋਟ ਲੈ ਲੈ ਨਮਸਕਾਰ। ਹਾਥੀ ਮੁਸ਼ਕਾਂ ਦੇ ਕੇ ਬੰਨੀ ਹੋਈ ਕਬੀਰ ਦੇ ਸਰੀਰ ਦੀ ਪੰਡ ਨੂੰ ਲੈ ਲੈ ਪਾਪ ਪ੍ਰਕਰਮਾ ਕਰ ਕਰਕੇ ਨਮਸਕਾਰਾਂ ਕਰਦਾ, ਬੰਦਨਾ ਕਰਦਾ। ਭਾਵ ਹਾਥੀ ਨੇ ਕਬੀਰ ਜੀ ਦੇ ਅੱਗੇ ਝੁਕ ਕੇ ਸਲਾਮ ਕੀਤੀ, ਉਹਨੂੰ ਮੱਥਾ ਟੇਕਿਆ। ਬੂਝੀ ਨਹੀਂ ਕਾਜੀ ਅੰਧਿਆਰ। ਸੋ ਜਿਹੜਾ ਅੰਨਾ ਕਾਜੀ ਸੀਗਾ, ਉਹਨੇ ਫਿਰ ਵੀ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਹੈ। ਸ਼ਰਧਾ ਤੇ ਗਿਆਨ ਰੂਪੀ ਅੱਖਾਂ ਤੋਂ ਹੀਣੇ ਅੰਨੇ ਕਾਜੀ ਨੇ, ਅਗਿਆਨ ਰੂਪ ਹਨੇਰੇ ਵਾਲੇ ਕਾਜੀ ਨੇ ਕੋਈ ਵੀ ਗੱਲ ਨਹੀਂ ਸਮਝੀ ਕਿ ਇਹ ਹਾਥੀ ਭਗਤ ਨੂੰ ਬੰਦਨਾ ਕਿਉਂ ਕਰਦਾ, ਨਮਸਕਾਰ ਕਿਉਂ ਕਰਦਾ। ਉਹਨੂੰ ਅੰਨੇ ਨੂੰ ਦੇਖਦਾ ਨਹੀਂ ਵੀ ਕਬੀਰ ਹੀ ਰੱਬ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਹਾਥੀ ਨੂੰ ਦਿਸ ਗਿਆ ਕਿ ਕਬੀਰ ਭਗਵਾਨ ਹੈ, ਪਰ ਕਾਜੀ ਅੰਨੇ ਨੂੰ ਨਹੀਂ ਦਿਖਿਆ ਹੈ। ਤੀਨ ਬਾਰ ਪਤੀਆਂ ਪਰ ਲੀਨਾ। ਕਾਜੀ ਨੇ ਮਹਾਵਰ ਦੇ ਕੋਲੋਂ 3 ਵਾਰ ਮੈਨੂੰ ਕਬੀਰ ਨੂੰ ਹਾਥੀ ਅੱਗੇ ਸੁਟਵਾ ਕੇ 3 ਵਾਰ ਪਤਿਆਵਾ ਭਰ ਲਿਆ। ਪਰ 3 ਵਾਰੀ ਅਜਮਾਇਸ਼ ਕਰਕੇ ਵੇਖ ਲਿਆ। 1 ਵਾਰ ਹਾਥੀ ਅੱਗੇ ਸੁੱਟਿਆ ਜਾਂ 3 ਵਾਰ ਹਾਥੀ ਅੱਗੇ ਸੁੱਟ ਕੇ ਵੇਖ ਲਿਆ, ਜਾਂ 1 ਵਾਰ ਹਾਥੀ ਅੱਗੇ ਸੁੱਟਿਆ, 1 ਵਾਰ ਗੰਗਾ 'ਚ ਡੋਬਣਾ ਚਾਹਿਆ, 3ਜੀ ਵਾਰ ਅੱਗ 'ਚ ਸੁੱਟਿਆ। ਇਹਨੇ ਈਰ ਖਾਲੂ ਸਨ ਕਾਜੀ ਮੁੱਲਾਦਕ। ਮਨ ਕਠੋਰ ਅਜਹੂ ਨਾ ਪਤੀਨਾ। ਪਰ ਕਾਜੀ ਦਾ ਮਨ ਇੰਨਾ ਕਠੋਰ ਚਿੱਤ ਵਾਲਾ ਸੀਗਾ, ਅਜੇ ਵੀ ਨਹੀਂ ਭਤੀਜਿਆ ਕਿ ਇਹ ਭਗਤ ਹੈ, ਪਤਾ ਨਹੀਂ ਪੱਥਰ ਦਾ ਬਣਿਆ ਸੀਗਾ। ਫਿਰ ਸੇਵਕਾਂ ਨੇ ਪੁੱਛਿਆ ਕਿ ਕਬੀਰ ਜੀ ਉਸ ਵੇਲੇ ਕੀ ਹਾਲਤ ਸੀ। ਤਦ ਕਬੀਰ ਜੀ ਕਹਿਣ ਲੱਗੇ, ਕਹਿ ਕਬੀਰ ਹਮਰਾ ਗੋਬਿੰਦ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਸਾਡਾ ਤਾਂ ਪਰਮੇਸ਼ਰ ਹੀ ਰਾਖਾ ਹੈ। ਪਰਮੇਸ਼ਰ ਸਾਡੇ ਹਿਰਦੇ ਵਿੱਚ ਸਾਖਿਆਤ ਹੋ ਕੇ ਵਸਦਾ ਸੀ, ਇਸ ਕਰਕੇ ਹੀ ਪਰਮੇਸ਼ਰ ਸਾਡਾ ਰਾਖਾ ਹੋਇਆ ਹੈ। ਚੌਥੇ ਪਦਮ ਹੈ ਜਨ ਕੀ ਜਿੰਦ। ਸਾਡੀ ਦਾਸਾਂ ਦੀ ਜਿਹੜੀ ਜਿੰਦ ਬੁੱਧੀ ਜੀਵ ਕਲਾ ਚੌਥੇ ਤੁਰਿਆ ਪਦ ਦੇ ਵਿੱਚ ਟਿਕੀ ਹੋਈ ਸੀ। ਭਾਵ ਤੁਰਿਆ ਪਦ ਵੱਲ ਸਥਿਤ ਸੀ ਤੇ ਦੇਹ ਅਧਿਆਸ ਤੋਂ ਭਰੇ ਸੀ, ਇਸ ਕਰਕੇ ਸਾਡੀ ਰੱਖਿਆ ਹੋਈ ਸੀ। ਗੋਂਡ ਭਗਤ ਕਬੀਰ ਜੀ ਨੂੰ ਸੇਵਕ ਪੁੱਛਣ ਲੱਗੇ, ਕਿਰਪਾ ਕਰਕੇ ਦੱਸੋ ਕਿ ਚੌਥੇ ਤੁਰਿਆ ਪਦ ਦਾ ਸਰੂਪ ਕਿਹੋ ਜਿਹਾ ਹੈ ਤੇ ਜਿਹੜਾ ਸਰੀਰ ਹਿਰਦੇ ਦੇ ਵਿੱਚ ਵਸਦਾ ਉਹ ਕੌਣ ਹੈ। ਇਹ ਸੁਣ ਕੇ ਭਗਤ ਜੀ ਨੇ ਆ ਭਾਮਣ ਸ਼ਬਦ ਗੌਂਡ ਰਾਹ ਵਿੱਚ ਅਗਲਾ ਉਚਾਰਿਆ। ਨਾ ਇਹੋ ਮਾਨਸ ਨਾ ਇਹੋ ਦੇਓ। ਨਾ ਇਹ ਮਨੁੱਖ ਹੈ ਨਾ ਇਹ ਦੇਵਤਾ ਹੈ। ਨਾ ਇਹੋ ਜਤੀ ਕਹਾਵੈ ਸਿਓ। ਨਾ ਇਹ ਬ੍ਰਹਮਚਾਰੀ ਕਿਉਂ ਹੋਣ ਵਾਲਾ ਤਿਆਗੀ ਹੈ, ਨਾ ਇਹ ਸੇਵਾ ਕਰਨ ਵਾਲਾ ਸੇਵਕ ਹੈ, ਨਾ ਇਹ ਸ਼ੈਵੀ ਮਾਦਾ ਉਪਾਸ਼ਕ ਹੈ। ਨਾ ਇਹੋ ਜੋਗੀ ਨਾ ਅਵਧੂਤਾ। ਨਾ ਇਹ ਕੰਨ ਪਾਟੇ ਗੋਰਖ ਮਤ ਨੂੰ ਧਾਰਨ ਵਾਲਾ ਜੋਗੀ ਹੈ, ਨਾ ਹੀ ਆਪਣੇ ਆਪ ਨੂੰ ਬ੍ਰਕਤ ਸਾਧੂ ਕਹਾਉਂਦਾ ਹੈ। ਨਾ ਇਸ ਮਾਏ ਨਾ ਕਾਹੂ ਪੁੱਤਾ। ਨਾ ਹੀ ਇਸ ਦੀ ਕੋਈ ਮਾਂ ਹੈ ਤੇ ਨਾ ਹੀ ਕਿਸੇ ਦਾ ਇਹ ਪੁੱਤਰ ਹੈ। ਨਿਆ ਮੰਦਰ ਮੈਂ ਕੌਣ ਬਸਾਈ। ਇਸ ਦੇਹ ਰੂਪ ਮੰਦਰ 'ਚ ਜਾਂ ਸੰਸਾਰ ਰੂਪ ਮੰਦਰ ਮਕਾਨ ਵਿੱਚ ਕੌਣ ਵਸ ਰਿਹਾ ਹੈ। ਤਾ ਕਾ ਅੰਤਨ ਕੋ ਪਾਈ। ਜੋ ਇਸ 'ਚ ਵਸ ਰਿਹਾ ਉਸ ਪਰਮੇਸ਼ਰ ਦੇ ਸਰੂਪ ਦਾ ਉੱਤਰ ਦਿੰਦੇ ਵੀ ਕੋਈ ਅਖੀਰ ਨਹੀਂ ਪਾ ਸਕਦਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਾ ਇਹੋ ਗਿਰਹੀ ਨਾ ਉਦਾਸੀ। ਨਾ ਹੀ ਗ੍ਰਸਤੀ ਹੈ
ਤੇ ਨਾ ਹੀ ਉਦਾਸੀ ਧਰਮ ਵਾਲਾ ਹੈ। ਨਾ ਇਹੋ ਰਾਜ ਨਾ ਭੀਖ ਮੰਗਾਸੀ, ਨਾ ਇਹ ਰਾਜਾ ਹੈ ਤੇ ਨਾ ਹੀ ਭਿਖਿਆ ਮੰਗਣ ਵਾਲਾ ਕੰਗਾਲ ਹੈ। ਨਾ ਇਸ ਪਿੰਡ ਨਰਕ ਤੂ ਰਾਤੀ, ਨਾ ਇਸ ਦਾ ਕੋਈ ਸਰੀਰ ਤੇ ਨਾ ਹੀ ਰਤੀ ਜਿੰਨਾ ਇਹਦੇ ਵਿੱਚ ਲਹੂ ਹੈ, ਜਾਂ ਨਾ ਹੀ ਇਹਦਾ ਕਾਰਨ ਸੂਖਮ ਸਥੂਲ ਸਰੀਰ, ਤੇ ਨਾ ਹੀ ਇਹਦੀ ਰਤੀ ਜਿੰਨੀ ਕਿਸੇ ਦੇ ਨਾਲ ਪ੍ਰੀਤੀ ਹੈ। ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ, ਨਾ ਇਹ ਬਾਹਮਣਾਂ ਦੀ ਕੁੱਲ ਚੋਂ ਹੈ, ਨਾ ਖੱਤਰੀਆਂ ਦੀ ਕੁੱਲ ਚੋਂ ਹੈ, ਨਾ ਤਰਖਾਣਾਂ ਦੀ ਕੁੱਲ ਚੋਂ ਹੈ, ਭਾਵੇਂ ਸ਼ੂਦਰ ਦੀ ਜਾਤੀ ਵਿੱਚੋਂ ਨਹੀਂ ਹੈ। ਨਾ ਇਹੋ ਤਪਾ ਕਹਾਵਾ ਸੇਖ, ਨਾ ਹੀ ਤਪੀਆਂ ਦੇ ਵਿੱਚੋਂ ਤਪਾ, ਤੇ ਨਾ ਹੀ ਮੁਸਲਮਾਨਾਂ ਵਿੱਚੋਂ ਆਪਣੇ ਆਪ ਨੂੰ ਬਿਰਧ ਜਾਤੀ ਵਾਲਾ ਸ਼ੇਖ ਕਹਾਉਂਦਾ ਹੈ। ਨਾ ਇਹੋ ਜੀਵੈ ਨਾ ਮਰਤਾ ਦੇਖ, ਤੇ ਨਾ ਹੀ ਇਹ ਸਵਾਸਾਂ ਦੇ ਮੁੱਕਣ ਤੋਂ ਮਰਦਾ ਵੇਖੀਦਾ, ਭਾਵ ਸਦਾ ਇੱਕ ਰਸ ਰਹਿੰਦਾ ਤੇ ਨਾ ਹੀ ਜਿਉਂਦਾ ਹੈ। ਇਸ ਮਰਤੇ ਕੋ ਜੇ ਕੋ ਰੋਵੈ, ਇਸ ਪਰਮੇਸ਼ਰ ਜਾਂ ਪਰਮੇਸ਼ਰ ਦੇ ਸਰੂਪ ਨੂੰ ਮਰਿਆ ਜਾਣ ਕੇ, ਭਾ ਮੁਰਦਾ ਜਾਣ ਕੇ ਜੇ ਕੋਈ ਗਿਆਨ ਤੋਂ ਸਕਣਾ ਮਨੁੱਖ ਰੋਂਦਾ ਹੈ। ਜੋ ਰੋਵੈ ਸੋਈ ਪਦ ਖੋਵੈ, ਜਿਹੜਾ ਰੋਂਦਾ ਉਹ ਆਪਣੀ ਇੱਜ਼ਤ ਹੀ ਖਰਾਬ ਕਰਦਾ। ਜਿਵੇਂ ਕਈ ਕਹਿੰਦੇ ਆਖੇ ਜੀ ਸਾਹਿਬਜ਼ਾਦਿਆਂ ਦੀ ਮਕਾਨ ਚੱਲੇ ਆ, ਮੈਨੂੰ ਮਾਫ ਕਰਨਾ ਮੈਂ ਜੇ ਬੁਰਾ ਬੋਲਿਆ, ਮੈਂ ਸੁਣਿਆ ਜੇ ਕੀਰਤਨ ਦੇ ਵਿੱਚ ਆਖੇ ਜੀ ਉਦਾਸ ਉਦਾਸ ਜਾਣਾ ਚਾਹੀਦਾ। ਆ ਜਿਹੜਾ ਫਤਿਹਗੜ੍ਹ ਦਾ ਜੋੜ ਮੇਲਾ ਨਹੀਂ ਹੁੰਦਾ, ਉਹ ਮੂਰਖਾਂ ਨੇ ਉਹ ਜਿਹੜੇ ਪਦਾਰਥ ਵਰਤੇ ਸੀ ਲੰਗਰਾਂ ਦੇ ਵਿੱਚ, ਮਿੱਠੇ ਪਦਾਰਥ, ਹੁਣ ਸ਼ਹੀਦਾਂ ਦਾ ਸਥਾਨ ਇੱਥੇ ਚੜ੍ਹਾਈ ਕੀਤੇ ਨੇ, ਡੱਬੇ ਕਿਉਂ ਲਿਆਉਂਦੇ ਹੋ? ਮਤਲਬ ਗੁਰੂ ਘਰ ਦੇ ਵਿੱਚ ਥੋੜ੍ਹਾ ਵੀ ਰੋਂਦੇ ਆਉਣਾ ਹੈ। ਸਾਹਿਬਜ਼ਾਦੇ ਤਾਂ ਹਮੇਸ਼ਾ ਅਮਰ ਨੇ, ਉਦਾਸੀ ਦਾ ਮਤਲਬ ਹੀ ਕੋਈ ਨਹੀਂ। ਵੇਖੋ ਢੋਲਕੀ ਚਮਟੇ ਵੱਜਦੇ ਨੇ, ਕੀਰਤਨ ਹੁੰਦਾ ਹੈ, ਦੀਵਾਨ ਸਜਦੇ ਨੇ, ਤੇ ਗੁਰੂ ਘਰ ਦੇ ਵਿੱਚ ਜਿਵੇਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੁੰਦਾ ਤੇ ਉਦੋਂ ਲੰਗਰ ਲੱਗਦੇ ਨੇ, ਮਿੱਠੇ ਜਲ ਦੀਆਂ ਛਬੀਲਾਂ ਲੱਗਦੀਆਂ ਨੇ, ਤੋ ਗੁਰੂ ਘਰ ਦੇ ਵਿੱਚ ਤਾਂ ਇੱਕ ਬਰਾਬਰ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਭਾਈ ਪਰਮ ਦੇ ਭਾਈ ਧਰਮ ਸਿੰਘ ਨੂੰ, ਭਾਈ ਰੂਪੇ ਦੇ ਪੋਤਰਿਆਂ ਨੂੰ ਕਲਗੀਧਰ ਨੇ ਇਹੀ ਸਿੱਖਿਆ ਸਮਝਾਈ ਸੀ ਵੀ ਗੁਰਮੁਖੋ ਤੁਸੀਂ ਕਾਹਤੋਂ ਰੋ ਰਹੇ ਹੋ? ਕਹਿੰਦੇ ਜੀ ਸਾਹਿਬਜ਼ਾਦਿਆਂ ਨੂੰ ਰੋ ਰਹੇ ਆ। ਮਾਰੇ ਕਹਿੰਦੇ ਵਾਹਿਗੁਰੂ ਵਾਹਿਗੁਰੂ। ਰੋਈ ਤਾਂ ਮਰਿਆ ਨੂੰ ਆ, ਉਹ ਮਰੇ ਥੋੜੋ ਨੇ। ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ, ਜੋ ਹਾਟਿਆ ਹਾਟ ਬਗਾਏ। ਮੂਰਖਾਂ ਵਾਂਗੂ ਹੱਸਣਾ ਵੀ ਨਹੀਂ ਤੇ ਰੋਣਾ ਵੀ ਨਹੀਂ ਹੈ, ਇੱਕ ਬਰਾਬਰ ਸਮਾਨ ਬਿਰਤੀ। ਮਤਲਬ ਪ੍ਰੇਮ ਤੇ ਵੈਰਾਗ ਤੇ ਸ਼ਰਧਾ ਚ ਕਥਾ ਕੀਰਤਨ ਕਰਦੇ ਆ ਤੋ ਗੁਰੂ ਕੇ ਲੰਗਰ ਦੀ ਮਰਿਆਦਾ ਤਾਂ ਸਭ ਤੋਂ ਮਹਾਨ ਹੈ। ਤੇ ਇਸ ਵਾਸਤੇ ਇੰਜ ਕਦੀ ਵੀ ਨਹੀਂ ਸੋਚਣਾ ਚਾਹੀਦਾ। ਸਾਹਿਬਜ਼ਾਦਿਆਂ ਦਾ ਜੋੜ ਮੇਲਾ ਹੈ, ਉਹਨਾਂ ਦੀ ਸ਼ਾਦੀ ਹੈ। ਮਾਤਾਵਾਂ ਨੂੰ ਸਾਹਿਬਾਂ ਨੇ ਆਖਿਆ ਸੀ ਵੀ ਅਜੀਤ ਕੌਰ ਜੀ ਇਹਨਾਂ ਦੀਆਂ ਡੋਲੀਆਂ ਚਮਕੌਰ ਦੀ ਜੰਗ ਵਿੱਚ ਚੜਨਗੀਆਂ, ਆਪਣਾ ਘੋੜੀਆਂ ਤੇ ਚੜਨਗੇ ਤੇ ਮੌਤ ਲਾੜੀ ਨੂੰ ਵਿਆਹ ਕੇ ਲਿਆਉਣਗੇ। ਉਹ ਤਾਂ ਹੱਸ ਕੇ ਜ਼ਿੰਦਗੀਆਂ ਵਾਰ ਗਏ। ਤੋ ਇਸ ਲਈ ਸੰਗਤ ਜੋੜ ਮੇਲਾ ਮਨਾਉਂਦੀ ਹੈ। ਸੋ ਰੱਬ ਮਰਦਾ ਨਹੀਂ, ਰੱਬ ਦੇ ਬੰਦੇ ਵੀ ਨਹੀਂ ਮਰਦੇ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ। ਇਸ ਲਈ ਮਕਾਨ ਵਾਲੀ ਜਾਂ ਰੋਣ ਵਾਲੀ ਕੋਈ ਗੱਲ ਨਹੀਂ ਜੇ, ਇਹ ਭੁਲੇਖਾ ਸਾਡੇ ਮਨਾਂ 'ਚ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਜਿਹੜਾ ਰੋਂਦਾ ਆਪਦੀ ਇੱਜ਼ਤ ਖਰਾਬ ਕਰਦਾ ਹੈ। ਗੁਰ ਪ੍ਰਸਾਦ ਮੰਡ ਗੁਰੂ ਪਾਇਆ, ਗੁਰਾਂ ਦੀ ਕਿਰਪਾ ਦੇ ਨਾਲ ਜਾਤੋਂ ਮੈਂ ਗਿਆਨ ਰੂਪੀ ਖੁੱਲਾ ਰਸਤਾ ਪਾਇਆ। ਜੀਵਨ ਮਰਨ ਦੋ ਮਿਟਵਾਇਆ, ਤਦ ਤੋਂ ਮੈਂ ਜਿਉਣਾ ਤੇ ਮਰਨਾ ਇਹਨਾਂ ਦੋਨਾਂ ਨੂੰ ਦੂਰ ਕਰ ਲਿਆ। ਭਾਵ ਮੈਂ ਜੀਵਤ ਭਾਵ ਵੱਲੋਂ ਮਰ ਕੇ ਜੰਮਣਾ ਮਰਨਾ ਦੋਵੇਂ ਹੀ ਮਿਟਾ ਲੈਣਾ ਕੀਤੇ, ਐਸਾ ਆਨੰਦ ਪ੍ਰਾਪਤ ਹੋਇਆ ਹੈ। ਕਹੋ ਕਬੀਰ ਹੋ ਰਾਮ ਕੀ ਅੰਸ਼, ਕਬੀਰ ਜੀ ਕਹਿੰਦੇ ਇਹ ਤੁਰਿਆ ਪਦ ਜਾਂ ਜੀਵ ਆਤਮਾ ਪਰਮੇਸ਼ਰ ਦੀ ਅੰਸ਼, ਭਾਵ ਪਰਮੇਸ਼ਰ ਦਾ ਸਰੂਪ ਹੈ। ਸੋ ਜੇਕਰ ਇੱਥੇ ਅੰਸ਼ ਦਾ ਅਰਥ ਹਿੱਸਾ, ਭਾਗ ਜਾਂ ਵੰਡ ਕਰਾਂਗੇ ਤਾਂ ਇੱਥੇ ਅੰਸ਼ੋ ਅੰਸ਼ੀ ਦੋਸ਼ ਆ ਜਾਏਗਾ।
ਇਸ ਲਈ ਇੱਥੇ ਅੰਸ਼ ਦਾ ਅਰਥ ਸਰੂਪ ਹੀ ਕਰਨਾ। ਇਹ ਪਰਮੇਸ਼ਰ ਦਾ ਸਰੂਪ ਹੈ। ਜਸ ਕਾਗਦ ਪਰ ਮਿਟੈ ਨ ਮਨਸ। ਜਿਵੇਂ ਕਾਗਜ਼ ਤੇ ਪੱਕੀ ਸਿਆਹੀ ਨਾਲ ਲਿਖਿਆ ਹੋਇਆ ਅੱਖਰ ਮਿਟਦਾ ਨਹੀਂ ਹੈ, ਇੰਜ ਇਹ ਬ੍ਰਹਮ ਦਾ ਸਰੂਪ ਹੈ, ਵੱਖਰਾ ਨਹੀਂ ਹੋ ਸਕਦਾ। ਜਿਵੇਂ ਦਵਾਤ ਵਾਲੀ ਤੇ ਲਿਖੇ ਹੋਏ ਅੱਖਰਾਂ ਵਾਲੀ ਸਿਆਹੀ ਇੱਕੋ ਹੁੰਦੀ ਹੈ, ਇੰਜ ਸਿਆਹੀ ਨਾਲ ਲਿਖੇ ਹੋਏ ਅੱਖਰ ਦੀ ਤਰ੍ਹਾਂ ਜੀਵਾਂ ਦੀਆਂ ਦੀਆਂ ਨੇ, ਦਵਾਤ ਦੀ ਸਿਆਹੀ ਤਰ੍ਹਾਂ ਬ੍ਰਹਮ ਹੈ, ਭਾਵ ਦੋਨੋਂ ਇੱਕ ਰੂਪ ਹੀ ਨੇ। ਜਿਸ ਪਰਮੇਸ਼ਰ ਦੀ ਜਸ ਕੀਰਤੀ ਸਾਰੀ ਧਰਤੀ ਦੇ ਕਾਗਜ਼ ਬਣਾ ਕੇ ਸਾਰੀ ਬਨਸਪਤੀ ਦੀਆਂ ਕਲਮਾਂ ਤੇ ਸੱਤਾ ਸਮੁੰਦਰਾਂ ਦੀ ਸਿਆਹੀ ਬਣਾ ਕੇ ਲਿਖ ਦਈਏ ਤਾਂ ਵੀ ਪਰਮੇਸ਼ਰ ਦਾ ਜਸ ਮਿਟਦਾ ਨਹੀਂ, ਭਾਵ ਪੂਰਾ ਜਸ ਲਿਖਿਆ ਨਹੀਂ ਜਾ ਸਕਦਾ। ਪਰਮੇਸ਼ਰ ਦਾ ਇਹੋ ਜਿਹਾ ਰੂਪ ਹੈ। ਕਬੀਰ ਸਾਧ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸ ਦਾ ਕਾਗਜ਼ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਕਹੋ ਕਬੀਰ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨ ਮਨਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ, ਸਾਚੇ ਸਾਹਿਬਾ ਕੀ